ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਿੱਖ ਮਤ ਸਭ ਬੁੱਧ ਤੁਮਹਾਰੀ। ਮੰਦਰ ਸ਼ਾਮਾ ਤੇਰੇ ਤੁਧ ਬਿਨ ਅਵਰ ਨਾ ਜਾਣਾ। ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ। ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਜਿਤ ਮਿਲਿਐ ਚੁਕੈ ਸਭ ਸੋਗ ਸੰਤਾਪੈ। ਬਾਅਦਬ ਬਾ ਸਤਕਾਰ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼। ਹਕ ਹਕ ਅੰਦੇਸ਼ ਹਕ ਹਕ ਆਗਾਹ ਸ਼ਾਹੇ ਸ਼ਹਿਨਸ਼ਾਹ। ਪਿਤਾ ਸਰਬੰਸ ਸਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਕੋਈ ਰਸਨਾ ਵਾਂਝੀ ਨਾ ਰਹੇ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਭਾਗਾਂ ਵਾਲੇ ਹਾਂ ਜੋ ਧੰਨ ਧੰਨ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੋ ਕੇ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨਾਂ ਦੇ ਵਿੱਚ ਰੱਬੀ ਬਾਣੀ ਦੇ ਸ਼ਬਦ ਕੀਰਤਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਸਫਲ ਆਹਰ ਕਰ ਰਹੇ ਹਾਂ। ਸਾਹਿਬਾਂ ਦੀ ਅਪਾਰ ਕਿਰਪਾ ਹੈ। ਗੁਰਸ਼ਬਦ ਦੀ ਲੜੀਵਾਰ ਵਿਚਾਰ ਦਾ ਸਮਾਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ 1402 ਅਤੇ 3 ਅੰਗ ਉੱਪਰ ਸੁਭਾਏਮਾਨ ਹੁਣੇ ਜੋ ਸਿੰਘ ਸਾਹਿਬ ਜੀ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਨੇ ਲੜੀਵਾਰ ਜਿਸ ਸ਼ਬਦ ਦੀ ਵਿਚਾਰ ਕਰਨੀ ਹੈ ਉਹ ਆਪ ਜੀ ਨੂੰ ਉਸ ਦਾ ਮੂਲ ਪਾਠ ਸਰਵਣ ਕਰਾਇਆ ਹੈ। ਇਹ ਭੱਟਾਂ ਦੇ ਸਵਈਏ ਦੇ ਲੜੀ ਦੇ ਵਿੱਚ ਭੱਟ ਗਿਆਨਦ ਜੀ ਦਾ ਉਚਾਰਨ ਕੀਤਾ ਹੋਇਆ ਸਵਈਆ ਹੈ। 1400 ਇਹ ਪਾਵਨ ਜੋ ਸਵਈਏ ਨੇ 123 ਸਵਈਏ ਨੇ। 1409 ਤੱਕ ਸਵਈਏ ਨੇ ਇਹ ਔਰ 1369 ਤੋਂ ਆਰੰਭ ਹੁੰਦੇ ਨੇ 99 ਤੋਂ ਲਗਭਗ 20 ਸਫ਼ੇ ਹਨ ਅੰਗ ਹਨ ਜਿਨ੍ਹਾਂ ਦੇ ਉੱਪਰ ਸਾਹਿਬਾਂ ਦੀ ਸਤਿਗੁਰਾਂ ਦੀ ਅਪਾਰ ਮਹਿਮਾ ਭੱਟਾਂ ਨੇ ਵਰਣਨ ਕੀਤੀ ਹੈ ਆਪਣੀ ਸ਼ਬਦਾਵਲੀ ਦੇ ਵਿੱਚ ਜੋ ਬੜੀ ਪਿਆਰੀ ਤੇ ਬਹੁਤ ਸੁੰਦਰ ਰੂਪਕ ਅਲੰਕਾਰਾਂ ਦੇ ਨਾਲ ਸੁਸ਼ੋਭਿਤ ਹੈ। ਇਸ ਸਵਈਏ ਦੇ ਵਿੱਚ ਵੀ ਕੱਲ ਵੀ ਆਪ ਜੀ ਨੇ ਸਰਵਣ ਕੀਤਾ ਸੀ ਔਰ ਲਗਾਤਾਰ ਕਿਉਂਕਿ ਇਹ ਇੱਕ
ਭੱਟਾਂ ਦੀ ਆਪਣੀ ਸ਼ੈਲੀ ਹੈ ਉਹਨਾਂ ਦੀ ਸਿਫਤ ਕਰਨ ਦੀ, ਵਡਿਆਈ ਕਰਨ ਦੀ। ਸੱਚ ਇਹ ਹੈ ਕਿ ਉਹ ਹਿਰਦੇ ਤੋਂ, ਮਨ ਤੋਂ ਐਸੇ ਗੁਰੂ ਦੇ ਪ੍ਰਭਾਵ ਨੂੰ, ਮਹਿਮਾ ਨੂੰ ਵੇਖ ਕਰਕੇ, ਸਤਿਗੁਰਾਂ ਦੀ ਵਡਿਆਈ ਨੂੰ ਵੇਖ ਕਰਕੇ, ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੈ ਨਹਿ ਪਰਚੋ ਲਾਇਓ, ਕਹਤੇ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹਉ ਕਿਆ ਕਹੋ, ਗੁਰਦਈ ਮਿਲਾਇਓ ਭਿਖਿਆ, ਜਿਬ ਤੂੰ ਰੱਖੈ ਤਿਬ ਰਹੋ। ਤੁਸੀਂ ਕੋਈ ਵੀ ਸਵਈਆ ਪੜ੍ਹ ਲਓਗੇ ਤੇ ਉਹ ਇੱਕ ਓੰਕਾਰ, ਜੋ ਬੇਸਿਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ, ਜਿਸ ਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ। ਮੂਲ ਮੰਤਰ ਦਾ ਮਤਲਬ ਕੀ ਹੈ? ਮੰਤਰ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਪਦੇਸ਼ ਹੈ। ਗੁਰਮਤਿ ਦੇ ਅੰਦਰ, ਗੁਰਸਿੱਖੀ ਦੇ ਅੰਦਰ ਜਿਸ ਤਰ੍ਹਾਂ ਅਨਮਤਾਂ ਦੇ ਵਿੱਚ ਮੰਤਰਾਂ ਦੇ ਰਟਣ ਦਾ ਜਾਂ ਖਾਸ ਪ੍ਰਯੋਜਨਾਂ ਦੇ ਲਈ, ਖਾਸ ਕੰਮਾਂ ਦੇ ਲਈ ਗਿਣਤੀ ਰੱਖ ਕਰਕੇ ਉਸ ਦਾ ਉਚਾਰਨ ਕੀਤਾ ਜਾਂਦਾ ਹੈ ਕਿ ਇੰਨੀ ਵਾਰ ਇਸ ਸ਼ਬਦ ਨੂੰ ਰਿਪੀਟ ਕਰਨ ਦੇ ਨਾਲ ਆਹ ਕੰਮ ਹੋ ਜਾਵੇਗਾ, ਇੰਨੀ ਵਾਰ ਪੜਾਂਗੇ ਤੇ ਆਹ ਕੰਮ ਹੋ ਜਾਵੇਗਾ। ਐਸਾ ਵਿਧਾਨ ਗੁਰਮਤਿ ਦਾ ਨਹੀਂ ਹੈ, ਇਹ ਫਲਸਫਾ ਗੁਰਸਿੱਖੀ ਦਾ ਨਹੀਂ ਹੈ। ਇਹਦੇ ਵਿੱਚ ਇਹ ਤਾਂ ਹਜ਼ੂਰ ਨੇ ਕਿਹਾ ਹੈ, ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਧਰਪੀਏ। ਪਰ ਕੋਈ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਐਸੀ ਨਹੀਂ ਹੈ ਕਿ ਇਹਨੂੰ 11 ਵਾਰ ਪੜ੍ਹੋਗੇ, 21 ਵਾਰ ਪੜ੍ਹੋਗੇ, 501 ਵਾਰ ਪੜ੍ਹੋਗੇ ਤੇ ਆਹ ਲਾਭ ਮਿਲੇਗਾ। ਜਿਸ ਤਰ੍ਹਾਂ ਦੀ ਅਸੀਂ ਅੱਜ ਕੱਲ੍ਹ ਜਿਹੜੀ ਇੱਕ ਨਵੇਂ ਹੀ ਅਸੀਂ ਬਣ ਗਏ ਹਾਂ ਪ੍ਰਚਾਰਕ, ਮੇਰੇ ਵਰਗੇ ਉਪਦੇਸ਼ਕ WhatsApp ਤੇ ਮੈਸੇਜ ਭੇਜਦੇ ਨੇ, ਵਾਹਿਗੁਰੂ 11 ਵਾਰ ਲਿਖੋ, ਤੁਹਾਨੂੰ ਖੁਸ਼ੀ ਦੀ ਖਬਰ ਮਿਲੇਗੀ, ਖੁਸ਼ਖਬਰੀ ਮਿਲੇਗੀ। ਨਾ ਲਿਖੋਗੇ ਤੇ ਫਿਰ ਤੁਹਾਡਾ ਨੁਕਸਾਨ ਜਿਹੜਾ ਹੈ ਉਹ ਹੋ ਜਾਵੇਗਾ। ਨਹੀਂ, ਗੁਰੂ ਦਾ ਇਹ ਮਤ ਨਹੀਂ ਹੈ। ਹਜ਼ੂਰ ਦੀ ਬਾਣੀ ਪੜ੍ਹੋ, ਗੁਰਮਤਿ ਦਾ ਫਲਸਫਾ ਪੜ੍ਹੋ। ਇਹ ਗੁਰੂ ਦੀ ਸਿੱਖਿਆ ਨਹੀਂ ਹੈ ਕਿ ਤੁਸੀਂ ਨਹੀਂ ਪੜ੍ਹੋਗੇ, ਨਹੀਂ ਉਚਾਰਨ ਕਰੋਗੇ ਤੇ ਤੁਹਾਡਾ ਨੁਕਸਾਨ ਹੋ ਜਾਵੇਗਾ। ਹਾਂ, ਐਸਾ ਹੈ ਕਿ ਗੁਰੂ ਦੀ ਗੱਲ ਨੂੰ ਨਾ ਸਮਝ ਕੇ, ਉਪਦੇਸ਼ ਨੂੰ ਨਾ ਸਮਝ ਕਰਕੇ ਜ਼ਰੂਰ ਨੁਕਸਾਨ ਹੁੰਦਾ ਹੈ। ਪਰ ਇੰਨੀ ਵਾਰ ਨਾ ਪੜ੍ਹ ਕੇ ਤੁਹਾਡਾ ਜਿਹੜਾ ਹੈ ਨੁਕਸਾਨ ਹੋ ਜਾਵੇਗਾ, ਇੰਨੀ ਵਾਰ ਪੜ੍ਹ ਕੇ ਨਫਾ ਹੋ ਜਾਵੇਗਾ, ਲਾਭ ਹੋ ਜਾਵੇਗਾ। ਇਹ ਗਿਣਤੀਆਂ ਮਿਣਤੀਆਂ ਵਾਲਾ ਹਿਸਾਬ ਕਿਤਾਬ ਨਹੀਂ ਹੈ। ਹਜ਼ੂਰ ਦਾ ਬਚਨ ਹੈ, ਬਾਰ ਪ੍ਰਭ ਜਪੀਏ। ਬਾਰ ਜਪਣਾ ਹੈ। ਕਿਉਂ ਜਪਣਾ ਹੈ? ਕਿਉਂਕਿ ਜਪਣ ਦੇ ਨਾਲ ਸਮਝ ਆਵੇਗੀ, ਹਿਰਦੇ ਰਸਨਾ ਦੇ ਉੱਪਰ ਜਿਹੜਾ ਹੈ ਉਹ ਵਸ ਜਾਵੇਗਾ, ਯਾਦ ਹੋ ਜਾਵੇਗਾ। ਜਿਹਨੂੰ ਗੁਰੂ ਦਾ ਹੁਕਮ, ਗੁਰੂ ਦਾ ਉਪਦੇਸ਼ ਯਾਦ ਹੀ ਨਹੀਂ ਹੈ, ਉਹ ਖੇਸਵਾ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਹੁਕਮ ਦੀ ਪਾਲਣਾ ਕਰੇਗਾ। ਜਿਹਨੂੰ ਯਾਦ ਹੀ ਨਹੀਂ ਹੈ, ਯਾਦ ਕਰਨਾ ਇਸ ਕਰਕੇ ਹੈ ਤਾਂ ਕਿ ਅਸੀਂ ਜ਼ਿੰਦਗੀ ਦੇ ਹਰ ਪੜਾਅ ਦੇ ਉੱਪਰ, ਹਰ ਕਦਮ ਦੇ ਉੱਪਰ, ਕੋਈ ਵੀ ਜ਼ਿੰਦਗੀ ਦਾ ਕਦਮ ਪੁੱਟੀਏ ਉਹਦੇ ਵਿੱਚ ਤੇ ਸਾਨੂੰ ਯਾਦ ਹੋਵੇ ਕਿ ਅਸੀਂ ਪੈਰ ਪੁੱਟਣ ਲੱਗੇ ਹਾਂ, ਇੱਥੇ ਸਾਨੂੰ ਗੁਰੂ ਕੀ ਸਿੱਖਿਆ ਦਿੰਦਾ ਹੈ। ਕੰਮ ਕਰਨ ਲੱਗੇ ਹਾਂ, ਵਿਵਹਾਰਿਕ ਕਰਮ ਜਾਂ ਕੋਈ ਵੀ ਸੰਸਾਰੀ ਕਰਮ, ਇਹਨਾਂ ਸੰਸਾਰੀ ਵਿਹਾਰੀ ਕਰਮਾਂ ਸਮਾਜ ਦੇ ਵਿੱਚ ਸਾਨੂੰ ਗੁਰੂ ਦੀ ਕੀ ਸਿੱਖਿਆ ਹੈ, ਕੀ ਉਪਦੇਸ਼ ਹੈ, ਯਾਦ ਹੋਵੇਗਾ। ਪੜਾਂਗੇ, ਸਹਿਜ ਪਾਠ ਕਰਾਂਗੇ, ਨਿਤਨੇਮ ਕਰਾਂਗੇ ਤੇ ਇਹ ਯਾਦ ਹੋਵੇਗਾ। ਤੇ ਜੇ ਕਰਾਂਗੇ ਨਹੀਂ ਤੇ ਯਾਦ ਕਿਵੇਂ ਹੋਵੇਗਾ? ਯਾਦ ਨਹੀਂ ਹੋਵੇਗਾ, ਚੇਤੇ ਨਹੀਂ ਰਵੇਗਾ ਤੇ ਗੁਰੂ ਦੇ ਅਨੁਸਾਰ ਸਾਡਾ ਜੀਵਨ ਕਿਵੇਂ ਬਤੀਤ ਹੋਵੇਗਾ? ਗੁਰਮਤਿ ਦੇ ਅਨੁਸਾਰ ਅਸੀਂ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰਾਂਗੇ? ਗੁਰ ਕੀ ਮਤ ਤੂੰ ਲਿਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਇਸੇ ਕਰਕੇ ਕਿਹਾ ਹੈ। ਤੋ ਮੰਤਰ ਦਾ ਮਤਲਬ ਹੈ ਉਪਦੇਸ਼,
ਮੂਲ ਮੰਤਰ ਦਾ ਮਤਲਬ ਹੈ, ਮੂਲ ਦਾ ਮਤਲਬ ਹੈ ਮੁੰਡਲਾ, ਮੁੱਖ। ਮੁੱਖ ਉਪਦੇਸ਼ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੇ ਵਿੱਚੋਂ ਮੁੱਖ ਉਪਦੇਸ਼ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੁੱਖ ਉਪਦੇਸ਼ ਹੈ, ਮੁੱਢਲਾ ਉਪਦੇਸ਼ ਹੈ। ਹਰ ਇੱਕ ਪ੍ਰਾਣੀ ਮਾਤਰ, ਹਰ ਗੁਰਸਿੱਖ ਨੂੰ, ਗੁਰੂ ਕੇ ਅਖਵਾਉਣ ਵਾਲੇ ਨੂੰ ਇਹ ਜ਼ਿਹਨ ਦੇ ਵਿੱਚ ਯਾਦ ਹੋਣਾ ਚਾਹੀਦਾ ਹੈ, ਇਹ ਪੱਕਾ ਹੋਣਾ ਚਾਹੀਦਾ ਹੈ। ਔਰ ਇਹਦੇ ਅਰਥ ਜਿਹੜੇ ਨੇ ਉਹ ਵੀ ਸਾਨੂੰ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਨੇ। ਇਹਨਾਂ ਦਾ ਮਤਲਬ ਕੀ ਹੈ, ਓੰਕਾਰ ਦਾ ਮਤਲਬ ਕੀ ਹੈ, ਸਤਨਾਮ ਦਾ ਮਤਲਬ ਕੀ ਹੈ, ਅਜੂਨੀ ਦਾ ਮਤਲਬ ਕੀ ਹੈ, ਸਹਿਭੰਗ ਦਾ ਮਤਲਬ ਕੀ ਹੈ। ਬਸ ਇਹ ਜਿੱਥੋਂ ਸ਼ੁਰੂਆਤ ਕੀਤੀ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਇਹ ਵੇਈਂ ਦਾ ਉਪਦੇਸ਼ ਸਾਡੀ ਝੋਲੀ ਦੇ ਵਿੱਚ ਪਾਇਆ। ਇਹ ਇਸ ਆਰੰਭਤਾ ਨੂੰ ਹੀ ਸਮਝ ਲਈਏ ਤੇ ਬਹੁਤ ਸਾਰਾ ਸਾਡਾ ਮਸਲਾ ਜਿਹੜਾ ਹੈ ਸਮਝਣ ਸਮਝਾਉਣ ਵਾਲਾ ਗੁਰਮਤਿ ਨੂੰ, ਉਹ ਜਿਹੜਾ ਹੈ ਉਹ ਸਫਲ ਹੋ ਜਾਵੇਗਾ। ਇੱਥੇ ਹੀ ਅਸੀਂ ਗਲਤੀ ਕਰਦੇ ਹਾਂ ਕਿ ਇਹ ਪਹਿਲਾ ਜਿਹੜਾ ਉਪਦੇਸ਼ ਹੈ ਇਹਨੂੰ ਨਹੀਂ ਸਮਝਦੇ ਜਾਣਦੇ, ਜਿਹਦੇ ਕਰਕੇ ਅਸੀਂ ਕਈ ਵਾਰ ਗੁਰਮਤਿ ਦੇ ਵਿਪਰੀਤ ਕਰਮ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਹੋਏ ਦਿਖਾਈ ਦਿੰਦੇ ਹਾਂ। ਭੱਟਾਂ ਦੀ ਬਾਣੀ ਦੇ ਵਿੱਚ ਸ਼ਬਦਾਵਲੀ ਜਿਹੜੀ ਹੈ ਉਹ ਸਨਾਤਨ ਮੱਤ ਦੇ ਅਵਤਾਰਾਂ ਦੀ, ਦੇਵਤਿਆਂ ਦੀ, ਉਹਨਾਂ ਦੇ ਨਾਮ ਜਿਹੜੇ ਨੇ ਉਹ ਕਾਫੀ ਉਹਨਾਂ ਨੇ ਲਿਖੇ ਹਨ, ਯੂਜ਼ ਕੀਤੇ ਨੇ। ਸਾਨੂੰ ਇਹ ਚੇਤੇ ਹੋਣਾ ਚਾਹੀਦਾ ਹੈ ਕਿ ਇਹ ਉਹ ਸ਼੍ਰੇਣੀ ਹੈ ਜਿਸ ਦਾ ਸੰਬੰਧ ਜਿਹੜਾ ਹੈ ਕਾਂਸ਼ੀ ਨਾਲ, ਮਥੁਰਾ ਨਾਲ, ਹਰਿਦੁਆਰ ਦੇ ਨਾਲ, ਉਹ ਗੜ ਜਿਹੜੇ ਬ੍ਰਾਹਮਣਵਾਦ ਦੇ ਸਨ ਉਹਨਾਂ ਦੇ ਨਾਲ ਹੈ। ਤੁਸੀਂ ਇਹ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਪ੍ਰਾਪਤੀ ਸਮਝੋ ਕਿ ਉਸ ਸ਼੍ਰੇਣੀ ਦੇ ਉਹ ਵਿਦਵਾਨ ਤੇ ਸਿਆਣੇ ਲੋਕ ਜਿਨ੍ਹਾਂ ਨੇ ਇੱਕ ਓੰਕਾਰ ਦੀ ਮਹਿਮਾ ਨੂੰ ਸਮਝਿਆ ਕਿ ਸ੍ਰਿਸ਼ਟੀ ਦਾ ਕਰਤਾ ਧਰਤਾ ਸਭ ਕੁਝ ਕਰਨ ਵਾਲਾ ਜਿਹੜਾ ਹੈ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਹੀ ਹੈ। ਇਹ ਗੱਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਸਮਝੀ। ਸਤਿਗੁਰਾਂ ਦੀ ਬਾਣੀ, ਗੁਰੂ ਅਰਜਨ ਦੇਵ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿੱਖਿਆ ਜੋ ਉਹਨਾਂ ਨੇ ਬਖਸ਼ਿਸ਼ ਕੀਤੀ, ਉਸ ਅਕਾਲ ਪੁਰਖ ਦੀ ਸਿਫਤ ਵਡਿਆਈ ਜਿਹੜੀ ਬਿਆਨ ਕੀਤੀ, ਉਹ ਹਕੀਕੀ ਬਿਆਨੀ ਜਿਹੜੀ ਹੈ ਉਸ ਨੂੰ ਸੁਣਿਆ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ ਸੁਣ ਕਰਕੇ ਦਰਬਾਰ ਦੇ ਵਿੱਚ ਆਏ ਸੀ। ਇਹ ਉਹਨਾਂ ਨੇ ਆਪ ਐਕਸੈਪਟ ਕੀਤਾ ਕਿ ਅਸੀਂ ਸੁਣ ਕੇ ਆਏ ਹਾਂ। ਲੱਭ ਰਹੇ ਸੀ, ਢੂੰਡ ਰਹੇ ਸੀ ਕਿ ਕੋਈ ਕਥਨੀ ਤੇ ਕਰਨੀ ਵਾਲਾ ਜਿਹੜਾ ਹੈ ਸਾਨੂੰ ਮਿਲ ਪਵੇ। ਕਥਨੀ ਵਾਲੇ ਤੇ ਬੜੇ ਦੇਖੇ, ਬੜੇ ਸੁਣੇ, ਪਰ ਕਰਨੀ ਵਾਲਾ, ਆਚਰਨ ਵਾਲਾ, ਪ੍ਰੈਕਟੀਕਲੀ ਜੀਵਨ ਵਾਲਾ ਆ ਕੇ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਵੇਖਿਆ। ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ। ਬੜੇ ਬੜੇ ਕਹਿੰਦੇ ਸਾਧ ਦੇਖੇ, ਅਸੀਂ ਲੱਭਦੇ ਫਿਰਦੇ ਹੀ ਕੋਈ ਪੂਰਨ ਸੰਤ, ਕੋਈ ਪੂਰਨ ਸ਼ਖਸੀਅਤ ਜਿਹੜੀ ਹੈ, ਜਿਹੜਾ ਆਚਰਨ ਤੇ ਕਥਨੀ ਜਿਹੜੀ ਹੈ ਇੱਕ ਹੋਵੇ, ਜਿਹਦਾ ਬੋਲ ਬਾਣੀ ਇੱਕ ਹੋਵੇ, ਜਿਸ ਦਾ ਜੀਵਨ ਜਿਹੜਾ ਹੈ ਉਹਦੇ ਵਿਪਰੀਤ ਨਾ ਹੋਵੇ। ਪਰ ਬਹੁਤਾ ਦੇਖਿਆ ਸੀ ਜੋ ਕਹਿੰਦੇ ਸਨ ਉਹ ਕਰਦੇ ਨਹੀਂ ਸਨ, ਪਰ ਜੋ ਕਹਿਣ ਵਾਲੇ ਗੁਰੂ ਨਾਨਕ ਸਾਹਿਬ, ਉਹਨਾਂ ਦੇ ਜਾਨਸ਼ੀਨ, ਉਹਨਾਂ ਦੇ ਸਵਰੂਪ, ਉਹਨਾਂ ਦੇ ਮਹਿਲ, ਬਾਕੀ ਸਤਿਗੁਰੂ ਜਿੱਦਾਂ ਉਹਨਾਂ ਦੇ ਜੀਵਨ ਨੂੰ ਵੇਖਿਆ। ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਤ, ਮਿੱਠੇ ਬੜੇ ਬੜੇ ਸੰਨਿਆਸੀ, ਬੜੇ ਬੜੇ ਤਪੱਸਵੀ, ਤਪ ਕਰਨ ਵਾਲੇ, ਮਿੱਠੇ ਮਿੱਠੇ ਬੋਲ ਬੋਲਣ ਵਾਲੇ ਪੰਡਤ ਵੇਖ ਲਏ। ਕਹਿੰਦੇ ਨੇ ਬਰਸ ਏਕ ਹੋ ਫਿਰਿਓ ਕਿਨੇ ਨਾ ਪਰਚੋ ਲਾਇਓ। ਉਹ ਕਹਿੰਦੇ ਅਸੀਂ ਬੜਾ ਚਿਰ ਫਿਰਦੇ ਰਹੇ, ਸਾਲ ਭਰ ਅਸੀਂ ਲੱਭਦੇ ਫਿਰਦੇ ਢੂੰਡਦੇ, ਕਈ ਥਾਵਾਂ ਤੋਂ ਫਿਰ ਕਰਕੇ ਆਏ, ਸਾਡੀ ਤਸੱਲੀ ਕਿਸੇ ਨੇ ਨਾ ਕਰਾਈ। ਪਰਚੋ ਲਾਇਓ ਦਾ ਮਤਲਬ ਹੈ ਸਾਨੂੰ ਕੋਈ ਤਸੱਲੀ ਨਾ ਕਰਾ ਸਕਿਆ ਆਪਣੇ ਜੀਵਨ ਆਚਾਰਨ, ਆਪਣੀ ਕਥਨੀ ਕਰਨੀ ਦੇ ਨਾਲ। ਡਿਫਰੈਂਟ ਨਜ਼ਰ ਆਉਂਦਾ ਰਿਹਾ, ਬੜਾ ਭੇਦ ਨਜ਼ਰ ਆਉਂਦਾ ਰਿਹਾ ਬੋਲ ਦੇ ਵਿੱਚ ਤੇ ਕਰਨੀ ਦੇ ਵਿੱਚ, ਕਹਿਣ ਦੇ ਵਿੱਚ ਤੇ ਕਥਨੀ ਦੇ ਵਿੱਚ, ਕਰਨੀ ਦੇ ਵਿੱਚ।
ਪਰ ਜਦੋਂ ਤੁਹਾਡੀ ਸ਼ਰਨ ਆਏ ਉਦੋਂ ਦੇਖਿਆ ਕਿ ਤੁਸੀਂ ਜੋ ਕਥਨ ਕਰਦੇ ਹੋ, ਜੋ ਆਖਦੇ ਹੋ, ਜੋ ਕਹਿੰਦੇ ਹੋ, ਉਹ ਪਹਿਲਾਂ ਆਪ ਕਰਦੇ ਹੋ, ਫਿਰ ਆਪਣੇ ਸਿੱਖਾਂ ਨੂੰ ਆਖਦੇ ਹੋ। ਗੁਰੂ ਨਾਨਕ ਸਾਹਿਬ ਜੀ ਦੀ ਕਥਨੀ ਕਰਨੀ ਤੋਂ ਕੋਈ ਅਭਿੱਜ ਨਹੀਂ ਹੈ। ਜੇ ਉਹਨਾਂ ਨੇ ਕਿਰਤ ਦੀਆਂ ਉਦਾਹਰਨਾਂ ਦੇ ਦੇ ਕਰਕੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾ ਈ ਨੈ ਛਾਣੇ ਸ਼ਬਦ ਸੁਰਤ ਭਵਸਾਗਰ ਤਰੀਏ ਨਾਨਕ ਨਾਮ ਵਖਾਣੇ, ਜੇ ਇਹ ਉਪਦੇਸ਼ ਦਿੱਤਾ ਨਾ ਤੇ ਇਹਨੂੰ ਕਰਕੇ ਵੀ ਕਮਾ ਕੇ ਵੀ ਵਿਖਾਇਆ, ਜੀਵਨ ਦੇ ਆਰੰਭ ਦੇ ਵਿੱਚ ਵੀ ਖੇਤੀਬਾੜੀ ਕੀਤੀ, ਮੱਝੀਆਂ ਚਾਰੀਆਂ, ਜੋ ਸੰਸਾਰੀ ਜੀਵ ਕਿਰਤ ਦੇ ਸਾਧਨ ਜਿਨ੍ਹਾਂ ਦੇ ਰਾਹੀਂ ਉਹ ਕਿਰਤ ਕਰਦੇ ਨੇ ਉਹ ਕੀਤੀਆਂ, ਵਾਹਿਗੁਰੂ ਦਾ ਨਾਮ ਵੀ ਜਪਿਆ, ਆਤਮਿਕ ਜੀਵਨ ਜਿਹੜਾ ਹੈ ਉਹ ਵੀ ਜੀਵਿਆ ਉਹਦੇ ਨਾਲ ਨਾਲ ਹੀ। ਤੇ ਜ਼ਿੰਦਗੀ ਦੀ ਅਖੀਰ ਦੇ ਵਿੱਚ ਲਗਭਗ 18 ਵਰੇ ਕਰਤਾਰਪੁਰ ਦੀ ਧਰਤੀ ਦੇ ਉੱਪਰ ਫਿਰ ਬਾਬਾ ਆਇਆ। ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ, ਪੁੱਤਰੀ ਕੌਲ ਨਾ ਪਾਲਿਓ ਮਨ ਖੋਟੇ ਆਕੀ ਨਸਿਆਰਾ, ਬਾਣੀ ਮੁਖੋਂ ਉਚਾਰੀਏ ਹੋਏ ਰੁਸ਼ਨਾਈ ਜਗ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ, ਗੁਰਮੁਖ ਭਾਰ ਅਥਰਬਣ ਉਤਾਰਾ। ਭਾਈ ਗੁਰਦਾਸ ਜੀ ਨੇ ਇਹਨਾਂ ਸ਼ਬਦਾਂ ਦੇ ਨਾਲ ਉਸ ਸਮੇਂ ਦੇ ਇਤਿਹਾਸ ਨੂੰ, ਸਤਿਗੁਰਾਂ ਦੀ ਕਰਨੀ ਨੂੰ ਆਪਣੀ ਬਾਣੀ ਦੇ ਵਿੱਚ, ਵਾਰਾਂ ਦੇ ਵਿੱਚ ਉਚਾਰਨ ਕੀਤਾ ਹੈ ਕਿ ਉੱਥੇ ਕਰਤਾਰਪੁਰ ਦੇ ਵਿੱਚ ਕੀ ਹੁੰਦਾ ਹੈ। ਉੱਥੇ ਨਾਲ ਵਾਹਿਗੁਰੂ ਦੇ ਨਾਲ ਸੁਰਤ ਕਿਸ ਤਰ੍ਹਾਂ ਜੋੜਨੀ ਹੈ, ਹਾਥ ਪਾਂਵ ਤੇ ਕਾਮ ਸਭ ਚੀਤ ਨਿਰੰਜਨ ਨਾਲ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਛਾਣੇ, ਉਹਦਾ ਜਿਹੜਾ ਹੈ ਅਰਥ ਪ੍ਰੈਕਟੀਕਲੀ ਜਿਹੜਾ ਹੈ ਉਹ ਉਸ ਧਰਤੀ ਦੇ ਉੱਪਰ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਕਰਕੇ ਵਿਖਾਇਆ। ਜੋ ਉਹ ਕਹਿੰਦੇ ਸਨ ਉਹ ਕਰਦੇ ਸਨ, ਐਵੇਂ ਨਹੀਂ ਸਨ ਸਿੱਧ ਆਖਦੇ, ਸਿੱਧ ਬੋਲਨ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਦੀ ਵਡਿਆਈ ਕਿਉਂ ਹੈ, ਕਿਉਂ ਸਤਿਗੁਰੂ ਨੂੰ ਸਿੱਧ ਕਹਿੰਦੇ ਨੇ, ਜੋਗੀ ਕਹਿੰਦੇ ਨੇ, ਜੋ ਜੋ ਵੀ ਉਹਨਾਂ ਦੇ ਨਾਲ ਮਿਲਦੇ ਨੇ ਉਹ ਉਹਨਾਂ ਦੀ ਵਡਿਆਈ ਕਰਦੇ ਨੇ। ਵਡਿਆਈ ਕੇਵਲ ਕਿਸੇ ਦੀ ਭਾਸ਼ਣ ਸੁਣ ਕੇ ਨਹੀਂ ਹੁੰਦੀ ਖਾਲੀ, ਉਹ ਤੇ ਵਕਤੀ ਤੌਰ ਤੇ ਹੁੰਦੀ ਨਾ, ਵੀ ਜਕਾਰੇ ਛੱਡ ਦਿੱਤੇ, ਦੋ ਸ਼ਬਦ ਕੋਈ ਅੱਛਾ ਬੋਲਿਆ। ਜਿਹੜੀ ਸਦੀਵੀ ਵਡਿਆਈ ਹੈ ਉਹਦੀ ਕਰਨੀ ਦੇ ਨਾਲ ਹੁੰਦੀ ਹੈ ਕਿ ਉਹ ਕਰਦਾ ਕੀ ਹੈ, ਜੋ ਉਹ ਬੋਲ ਰਿਹਾ ਹੈ, ਜੋ ਲੈਕਚਰ ਦੇ ਰਿਹਾ ਹੈ, ਉਪਦੇਸ਼ ਦੇ ਰਿਹਾ ਹੈ, ਸੁਣਾ ਰਿਹਾ ਹੈ, ਉਹ ਆਪਣੀ ਜ਼ਿੰਦਗੀ ਦੇ ਵਿੱਚ ਉਸ ਦਾ ਜਿਹੜਾ ਜੀਵਨ ਹੈ ਉਹ ਕੀ ਉਹਨਾਂ ਦੇ ਨਾਲ ਤਾਲਮੇਲ ਖਾਂਦਾ ਹੈ ਕਿ ਨਹੀਂ। ਆਪਣਾ ਜੀਵਨ ਹੋ ਰਿਹਾ, ਬੋਲ ਕੁਛ ਹੋਰ ਰਿਹਾ ਹੈ, ਕਹਿ ਕੁਛ ਹੋਰ ਰਿਹਾ ਹੈ। ਜਦੋਂ ਉਹ ਦੋਨੋਂ ਮਿਲ ਜਾਂਦੇ ਨੇ ਉੱਥੋਂ ਫਿਰ ਸੱਚੀ ਵਡਿਆਈ, ਵਾਹ ਵਾਹ ਜਿਹੜਾ ਸ਼ਬਦ ਹੈ, ਵਾਹਿਗੁਰੂ ਸ਼ਬਦ ਜਿਹੜਾ ਹੈ ਉਹ ਹਿਰਦੇ ਦੇ ਵਿੱਚੋਂ ਨਿਕਲਦਾ ਹੈ। ਉਹ ਵਡਿਆਈ ਜਿਹੜੀ ਹੈ ਸਦੀਵੀ ਵਡਿਆਈ, ਸੱਚੀ ਵਡਿਆਈ ਹੈ। ਉਹ ਵਡਿਆਈ ਜਿਹੜੀ ਜੁਗਾਂ ਜੁਗਾਂ ਤੱਕ ਬਣੀ ਰਹਿੰਦੀ ਹੈ। ਹਜ਼ੂਰ ਦੇ ਕੋਲ ਜਿਹੜਾ ਵੀ ਆਇਆ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਦੀ ਸੱਚੀ ਕਰਨੀ ਨੂੰ, ਕਥਨੀ ਨੂੰ, ਉਪਦੇਸ਼ ਨੂੰ ਸੁਣ ਕੇ, ਜੀਵਨ ਨੂੰ ਦੇਖ ਕਰਕੇ ਵਾਹ ਵਾਹ ਕੀਤੀ। ਕਿਤੇ ਗੁਰੂ ਅਰਜਨ ਦੇਵ ਮਹਾਰਾਜ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਗੁਰੂ ਦੀ ਵਡਿਆਈ ਸਾਰੇ ਜਗਤ ਦੇ ਵਿੱਚ ਫੈਲੀ ਹੈ। ਭੱਟਾਂ ਨੇ ਸਤਿਗੁਰਾਂ ਦੇ ਜੀਵਨ ਨੂੰ, ਆਚਰਣ ਨੂੰ, ਉਹਨਾਂ ਦੇ ਉਪਦੇਸ਼ ਨੂੰ ਸੁਣਿਆ ਵੀ ਤੇ ਆ ਕਰਕੇ ਚੱਲ ਕੇ ਉਹਨਾਂ ਦੇ ਕੋਲ ਦੇਖਿਆ ਵੀ। ਇਸ ਕਰਕੇ ਕਿਉਂਕਿ ਉਹਨਾਂ ਦਾ ਦਾਇਰਾ ਜਿਹੜਾ ਸੀ ਉਹ ਸਨਾਤਨੀ ਮੱਤ ਵਾਲਾ ਸੀ, ਲੇਕਿਨ ਉਹਦੇ ਵਿੱਚੋਂ ਆ ਕੇ ਉਹਨਾਂ ਨੇ ਗੁਰੂ ਦੇ ਉਪਦੇਸ਼ ਨੂੰ ਸਮਝਿਆ। ਉਸ ਇੱਕ ਓਂਕਾਰ ਜਿਹੜਾ ਅਕਾਲ ਪੁਰਖ ਵਾਹਿਗੁਰੂ, ਜਿਹੜਾ ਬੇਸਿਕ ਗੁਰੂ ਸਾਹਿਬ ਜੀ ਦਾ ਮੁੱਖ ਉਪਦੇਸ਼ ਹੈ, ਉਸ ਨੂੰ ਸਮਝਿਆ। ਤਾਂ ਹੀ ਤੇ ਉਹਨਾਂ ਦੀ ਬਾਣੀ ਦੇ ਵਿੱਚ ਬਾਰ-ਬਾਰ ਜਿਹੜਾ ਹੈ
ਉਹ ਜਦੋਂ ਸ਼ੁਰੂਆਤ ਕਰਦੇ ਨੇ, ਦੇਖੋ ਇਹ ਆਰੰਭ ਹੋਇਆ ਭੱਟਾਂ ਦੇ ਸਵਈਆਂ ਦੀ ਆਰੰਭਤਾ। ਤੇ ਕਿੱਥੋਂ ਆਰੰਭ ਕੀਤੀ? ਇੱਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੇ ਬਸਾਵੋਂ, ਤਉ ਪਰਮ ਗੁਰੂ ਨਾਨਕ ਗੁਣ ਗਾਉ। ਭੱਟ ਕਲ ਸਹਾਰ ਕਹਿੰਦੇ ਨੇ, ਮੈਂ ਤਦੋਂ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਣੇ ਆਰੰਭ ਕਰਦਾ ਹਾਂ ਜਦੋਂ ਮੈਂ ਉਸ ਅਕਾਲ ਪੁਰਖ, ਇੱਕ ਮਨ ਪੁਰਖ ਧਿਆਏ ਬਰਦਾਤਾ, ਉਸ ਨਿਰੰਕਾਰ ਪਰਮ ਪਿਤਾ ਜੋ ਸਾਰਿਆਂ ਨੂੰ ਸ੍ਰੇਸ਼ਟ ਬਰ ਦੇਣ ਵਾਲਾ ਹੈ, ਉਸ ਨੂੰ ਧਿਆ ਕਰਕੇ, ਇੱਕ ਮਨ ਇੱਕ ਚਿੱਤ ਹੋ ਕੇ, ਉਸ ਪਹਿਲਾਂ ਪ੍ਰਮਾਤਮਾ ਨੂੰ ਧਿਆ ਕਰਕੇ, ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਕਰਕੇ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਤਾਂ ਤਦੋਂ, ਤਉ ਸ਼ਬਦ ਦੇਖੋ, ਪਰਮ ਗੁਰੂ, ਉਹਨਾਂ ਨੇ ਪਰਮ ਗੁਰੂ ਦੀ ਉਪਾਧੀ ਦਿੱਤੀ ਹੈ। ਸਾਰਿਆਂ ਗੁਰੂਆਂ ਤੋਂ ਸ੍ਰੇਸ਼ਟ ਗੁਰੂ ਨਾਨਕ ਸਾਹਿਬ ਜੀ ਦੇ ਮੈਂ ਗੁਣ ਗਾਉਂਦਾ ਹਾਂ। ਇੱਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਜੋ ਸੰਤਾਂ ਦਾ ਆਸਰਾ ਹੈ, ਇਹ ਵਿਖਿਆਤ ਹੈ, ਇਹ ਕੋਈ ਲੁਕੀ ਛੁਪੀ ਗੱਲ ਨਹੀਂ ਹੈ। ਵਾਹਿਗੁਰੂ ਅਕਾਲ ਪੁਰਖ ਉਹ ਆਪਣੇ ਨਾਮ ਜਪਣ ਵਾਲਿਆਂ ਦਾ ਸਹਾਰਾ ਹੈ। ਸੰਤ ਜਨ ਉਸ ਮਾਲਕ ਦੇ ਆਸਰੇ ਰਹਿੰਦੇ ਨੇ। ਤਾਸ ਚਰਨ ਲੈ ਹਿਰਦੇ ਬਸਾਮੋ, ਉਸ ਨਿਰੰਕਾਰ, ਉਸ ਪਰਮ ਪਿਤਾ ਜੋ ਸੰਤਾਂ ਦਾ ਸਹਾਰਾ ਕਹਿਆ ਜਾਂਦਾ ਹੈ, ਜਾਣਿਆ ਜਾਂਦਾ ਹੈ ਪ੍ਰਤੱਖ ਰੂਪ ਦੇ ਵਿੱਚ, ਉਸ ਤਾਸ ਚਰਨ ਲੈ ਹਿਰਦੇ ਬਸਾਵੋਂ, ਉਹਦੇ ਚਰਨਾਂ ਨੂੰ, ਉਹਦੀ ਸਿਫਤ ਸਲਾਹ ਨੂੰ ਆਪਣੇ ਮੈਂ ਹਿਰਦੇ 'ਚ ਵਸਾ ਕਰਕੇ, ਤਾਂ ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਇੱਥੋਂ ਆਰੰਭ, ਇਹ ਪਹਿਲਾ ਸਵਈਆ ਹੈ। ਤੋ ਭੱਟ ਉਸ ਇੱਕ ਅਕਾਲ ਪੁਰਖ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਹੀ ਗੁਰੂ ਦੀ ਸਿਫਤ ਸਲਾਹ ਕਰਦੇ ਹਨ। ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਉਹਨਾਂ ਨੇ ਜਾਣਿਆ ਹੈ, ਸਮਝਿਆ ਹੈ। ਤੋ ਗੁਰਬਾਣੀ ਦੇ ਅੰਦਰ ਮੈਂ ਵਿਚਾਰ ਕਰ ਰਿਹਾ ਸੀ ਕਿ ਜਿਹੜੀ ਗੁਰਬਾਣੀ ਦੀ ਲਿਖਣ ਸ਼ੈਲੀ ਹੈ ਨਾ, ਕੋਈ ਵੀ ਸੰਸਾਰ ਦੇ ਵਿੱਚ ਵਿਦਵਾਨ ਨੇ, ਬੜੇ ਬੜੇ ਕਾਵਿ ਜਨ ਨੇ, ਕਵਿਤਾਵਾਂ ਰਚਨਾ ਕਰਨ ਵਾਲੇ ਬਹੁਤ ਬਹੁਤ ਸਿਆਣੇ ਹਨ। ਤੋ ਸਾਹਿਤ ਦੇ ਵਿੱਚ ਬੜੀਆਂ ਬੜੀਆਂ ਸ਼ੈਲੀਆਂ ਨੇ ਲਿਖਣ ਦੀਆਂ, ਰਚਨਾ ਨੂੰ, ਆਪਣੀ ਗੱਲ ਨੂੰ ਦੂਸਰਿਆਂ ਤੱਕ ਪਹੁੰਚਾਉਣ ਦੇ ਬੜੇ ਬੜੇ ਸੁੰਦਰ ਤੇ ਸੋਹਣੇ ਸੋਹਣੇ ਢੰਗ ਤਰੀਕੇ ਨੇ। ਹਜ਼ੂਰ ਨੇ ਜਿੱਦਾਂ ਬਾਣੀ 'ਚ ਕਿਹਾ ਨਾ ਕਿ ਜਿਸ ਤਰ੍ਹਾਂ ਇੱਕ ਸ਼ਵਾਣੀ ਜਿਹੜੀ ਹੈ ਘਰ ਦੇ ਵਿੱਚ, ਉਹ ਜਦੋਂ ਕੋਈ ਪਦਾਰਥ ਬਣਾਉਂਦੀ, ਉਹਦੇ ਘਰ ਦੇ ਵਿੱਚ ਪ੍ਰਾਹੁਣੇ ਆਉਂਦੇ ਨੇ, ਉਹਦੇ ਘਰ ਦੇ ਵਿੱਚ ਗੈਸਟ ਆਉਂਦੇ ਨੇ, ਉਹ ਉਹਨਾਂ ਦੀ ਪ੍ਰਸੰਨਤਾ ਦੇ ਵਾਸਤੇ ਸੋਹਣੇ ਸੋਹਣੇ ਪਕਵਾਨ ਬਣਾਉਂਦੀ ਹੈ, ਸੁੰਦਰ ਸੁੰਦਰ। ਕਈ ਤਰ੍ਹਾਂ ਦੇ ਬੀਬੀਆਂ ਨੂੰ ਇਹ ਹੁੰਦਾ ਹੈ ਕਿ ਜਿਹੜਾ ਆਵੇ ਉਹ ਵਾਹ ਵਾਹ ਕਰਕੇ ਜਾਵੇ ਭਾਈ, ਤੇ ਸੋਹਣੀ ਤਰ੍ਹਾਂ ਦੇ ਨਾਲ ਪਕਵਾਨ ਪਦਾਰਥ ਬਣਾ ਕੇ ਫਿਰ ਸਲੀਕੇ ਦੇ ਨਾਲ ਪਰੋਸਣਾ ਹੈ। ਉਚੇਚੇ ਤੌਰ ਦੇ ਉੱਪਰ ਜਿਹੜੇ ਕੈਜੂਅਲ, ਜਿਹੜੇ ਆਮ ਭਾਂਡੇ ਹੁੰਦੇ ਨੇ ਨਾ, ਆਮ ਘਰ ਦੇ ਵਿੱਚ ਜਿਹੜੇ ਵਰਤੇ ਜਾਂਦੇ ਨੇ, ਉਸ ਦਿਨ ਉਹਨਾਂ ਨੂੰ ਪਾਸੇ ਰੱਖ ਕੇ ਤੇ ਜਿਹੜੇ ਅਲਮਾਰੀ 'ਚ ਰੱਖੇ ਹੁੰਦੇ ਨੇ ਨਾ, ਉਹਨਾਂ ਨੂੰ ਕੱਢ ਕੇ ਉਹਨਾਂ ਦੇ ਵਿੱਚ, ਉਹਨਾਂ ਕੌਲੀਆਂ, ਬਰਤਨਾਂ, ਥਾਲੀਆਂ, ਪਲੇਟਾਂ ਦੇ ਵਿੱਚ ਵਧੀਆ ਜਿਹੜੇ ਹੁੰਦੇ ਨੇ ਸਟੈਂਡਰਡ ਦੇ, ਉਹਨਾਂ ਦੇ ਵਿੱਚ ਪਾ ਕੇ ਸਲੀਕੇ ਦੇ ਨਾਲ ਪਰੋਸ ਕੇ ਪੇਸ਼ ਕਰਦੀਆਂ ਨੇ। ਬਾਣੀ ਨੂੰ ਹਜ਼ੂਰ ਨੇ ਆਪਣਾ ਇਹ ਉਪਦੇਸ਼ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਇਹ ਉਹ ਬਾਣੀ ਹੈ, ਆਤਮਿਕ ਭੋਜਨ ਹੈ, ਉਪਦੇਸ਼ ਹੈ, ਜਿਸ ਨੂੰ ਹਜ਼ੂਰ ਨੇ ਅਨੇਕ ਅਲੰਕਾਰਾਂ ਦੇ ਨਾਲ, ਜਿਹਦੇ ਵਿੱਚ ਰੂਪਕ ਅਲੰਕਾਰ, ਕਈ ਤਰ੍ਹਾਂ ਦੇ ਵਡਿਆਈਆਂ ਦੇ ਨਾਲ ਬਿਆਨ ਕੀਤਾ ਹੈ। ਅਲੰਕਾਰ ਦੇ ਨਾਲ ਸ਼ਿੰਗਾਰ, ਅਲੰਕਾਰ ਸ਼ਿੰਗਾਰ ਦਾ ਇੱਕ ਸਾਧਨ ਹੈ, ਸ਼ਿੰਗਾਰਿਆ ਹੈ। ਅਭਿੱਦਾ ਲਿਖਣਾ, ਕਈ ਤਰ੍ਹਾਂ ਦੇ ਤੁਸੀਂ ਵਿਦਵਾਨਾਂ ਦੇ ਪੜ੍ਹੋਗੇ ਗ੍ਰੰਥਾਂ ਦੇ ਵਿੱਚ, ਤੇ ਉਹ ਲੇਖਣੀਆਂ ਜਿਹੜੀਆਂ ਨੇ ਉਹਦੇ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਜਿਹੜੇ ਨੇ ਲਗਭਗ 15-20 ਜਿਹੜੇ ਨੇ ਉਹ ਪ੍ਰਕਾਰਾਂ ਜਿਹੜੀਆਂ ਨੇ, ਉਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤੀਆਂ ਗਈਆਂ ਨੇ। ਕਿਸ ਤਰ੍ਹਾਂ ਦੇ ਨਾਲ ਹਜ਼ੂਰ ਨੇ, ਅੱਛਾ, ਵਿਅੰਗਾਤਮਕ ਢੰਗ ਦੇ ਨਾਲ ਆਪਣੀ ਗੱਲ ਨੂੰ ਰੱਖਣਾ, ਉਹ ਵੀ ਹਜ਼ੂਰ ਨੇ ਕਿਹਾ ਹੈ। ਜਿਵੇਂ ਭਗਤ ਰਵਿਦਾਸ ਜੀ ਦਾ ਇੱਕ पंक्ति है, जो तुम बांधे मोह फास, हम प्रेम बंधन तुम बाधे, अपने छूटन को यत्न करो,
ਹਮ ਛੂਟੇ ਤੁਮ ਆਰਾਧੇ। ਕੋਈ ਕਹਿ ਸਕਦਾ ਹੈ ਅਕਾਲ ਪੁਰਖ ਵਾਹਿਗੁਰੂ ਨੂੰ, ਪਰ ਉਹ ਆਪਣੇ ਮਾਲਕ ਦੇ ਨਾਲ, ਜਿਹਦੇ ਨਾਲ ਉਹ ਅਭੇਦ ਹੋ ਚੁੱਕੇ ਨੇ, ਜਿਹਦੇ ਨਾਲ ਉਹ ਇੱਕ ਸੁਰ ਹੋ ਚੁੱਕੇ ਨੇ, ਇਸ ਵਿਅੰਗਾਤਮਕ ਸ਼ੈਲੀ ਨੂੰ ਵੀ ਵਰਤ ਕਰਕੇ ਉਹਨਾਂ ਨੇ ਸਾਨੂੰ ਸਮਝਾਇਆ ਹੈ ਵੀ ਐਦਾਂ ਦਾ ਪਿਆਰ, ਐਦਾਂ ਦੀ ਪ੍ਰੀਤ ਜਿਹੜੀ ਹੈ ਬਣਾ ਲਓ ਵਾਹਿਗੁਰੂ ਦੇ ਨਾਲ, ਜਿਸ ਪ੍ਰੀਤ ਦੇ ਵਿੱਚ ਤੁਸੀਂ ਇਹ ਗੱਲ ਕਹਿ ਸਕੋ, ਹੇ ਵਾਹਿਗੁਰੂ ਜੀ ਤੁਸੀਂ ਤੇ ਸਾਨੂੰ ਮੋਹ ਦੀਆਂ ਫਾਹੀਆਂ 'ਚ ਬੰਨ੍ਹ ਦਿੱਤਾ, ਪਰ ਅਸੀਂ ਵੀ ਤੁਹਾਨੂੰ ਬੰਨ, ਜੇ ਤੁਸੀਂ ਬੰਨ ਦਿੱਤਾ ਤੇ ਅਸੀਂ ਵੀ ਬੰਨ ਦਿੱਤਾ ਤੁਹਾਨੂੰ ਆਪਣੀ ਪ੍ਰੇਮ ਦੀ। ਹਮ ਪ੍ਰੇਮ ਬੰਧਨ ਤੁਮ ਬੰਨ੍ਹਦੇ, ਅਸੀਂ ਪ੍ਰੇਮ ਦੇ ਬੰਧਨਾਂ 'ਚ ਬੰਨਿਆ ਹੈ ਤੁਹਾਨੂੰ। ਕਹਿੰਦੇ ਅਸੀਂ ਤਾਂ ਛੁੱਟ ਜਾਵਾਂਗੇ, ਪਰ ਤੁਸੀਂ ਨਹੀਂ ਸਾਡੇ ਤੋਂ ਛੁੱਟ ਸਕਦੇ। ਹਮ ਛੂਟੇ ਤੁਮ ਆਪਣੇ ਛੂਟਣ ਕੋ ਯਤਨ ਕਰੋ। ਇਹ ਇਸ ਤਰ੍ਹਾਂ ਦੇ ਬੜੀ ਬਰੀਕੀ ਦੇ ਵਿੱਚ ਜਾ ਕਰਕੇ, ਗਹਿਰਾਈ ਦੇ ਵਿੱਚ ਜਾ ਕਰਕੇ ਜਦੋਂ ਤੁਸੀਂ ਹਜ਼ੂਰ ਦੇ ਬਚਨ ਪੜ੍ਹੋਗੇ ਤੇ ਬਹੁਤ ਸਾਰੇ ਢੰਗ ਤਰੀਕੇ ਜਿਹੜੇ ਨੇ ਸਤਿਗੁਰੂ ਦੇ ਸਮਝਾਉਣ ਦੇ ਸਾਨੂੰ ਨਜ਼ਰ ਆਉਣਗੇ। ਕਈ ਵਾਰ ਕਿਸੇ ਬੰਦੇ ਨੂੰ ਸਮਝਾਉਣਾ ਹੋਵੇ ਨਾ ਤੇ ਉਹਨੂੰ ਨਾ ਸਮਝ ਆਵੇ ਤੇ ਉਲਟੇ ਢੰਗ ਦੇ ਨਾਲ ਵੀ ਸਮਝਾਉਣਾ ਪੈਂਦਾ ਹੈ। ਉਹਦੇ ਨਾਲ ਉਹ ਬੰਦਾ ਫਿਰ ਬੜੀ ਜਲਦੀ ਸਮਝ ਲੈਂਦਾ ਹੈ। ਪ੍ਰੇਮ ਨਾਲ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰੋ ਤੇ ਕਈ ਬੰਦੇ ਸਮਝਦੇ ਨੇ ਇਹ ਤੇ ਵਾ ਇਹਨਾਂ ਦੇ ਠੱਗਣ ਦਾ ਢੰਗ ਤਰੀਕਾ ਹੈ, ਕਈ ਵਾਰ ਇਹ ਵੀ ਸਮਝਦੇ ਨੇ। ਤੇ ਕਈ ਵਾਰ ਫਿਰ ਦੂਸਰੀ ਤਰ੍ਹਾਂ ਦੇ ਨਾਲ ਵੀ ਸਮਝਾਉਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਨੇਕ ਵੰਨਗੀਆਂ ਨੇ। ਇੱਕ ਭੱਟਾਂ ਦੇ ਸਵਈਏ ਦੇ ਵਿੱਚ ਜਿਹੜੀ ਵੰਨਗੀ ਹੈ ਉਹ ਰੂਪਕ ਅਲੰਕਾਰ ਦੀ ਵੰਨਗੀ ਹੈ। ਮੈਂ ਪਹਿਲਾਂ ਬੇਨਤੀ ਕਰਾਂ, ਜਿਵੇਂ ਸਿਧਾਂਤ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਦਾ, ਹਜ਼ੂਰ ਨੇ ਨਿਰੰਕਾਰ ਤੋਂ ਉੱਤੇ ਕਿਸੇ ਨੂੰ ਨਹੀਂ ਕਿਹਾ। ਉਸਨੇ ਕਿਹਾ ਕਿ ਉਹ ਅਜੂਨੀ ਹੈ, ਜੂਨਾ ਤੋਂ ਰਹਿਤ ਹੈ, ਜਨਮ ਮਰਨ ਤੋਂ ਰਹਿਤ ਹੈ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਉਹ ਮੂੰਹ ਜਿਹੜਾ ਹੈ ਗੁਰੂ ਅਰਜਨ ਦੇਵ ਹਜ਼ੂਰ ਕਹਿੰਦੇ ਨੇ ਜਲ ਜਾਵੇ, ਜਿਹੜਾ ਕਹਿੰਦਾ ਹੈ ਠਾਕੁਰ ਜੂਨਾਂ ਦੇ ਵਿੱਚ ਆਉਂਦਾ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਹਜ਼ੂਰ ਇੰਨੀ ਸਖਤੀ ਦੇ ਨਾਲ ਸਾਨੂੰ ਇਹ ਗੱਲ ਜਿਹੜੀ ਹੈ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਨੇ, ਲੋਕ ਕਹਿੰਦੇ ਨੇ ਅੱਜ ਠਾਕੁਰ ਜੰਮ ਪਿਆ ਹੈ। ਇਹ ਜਿਹੜਾ ਸ਼ਬਦ ਭੈਰੋ ਰਾਗ ਦੇ ਅੰਦਰ ਹੈ, ਭੈਰੋ ਮਹਿਲਾ ਪੰਜਵਾਂ, ਸਗਲੀ ਥੀਤ ਡਾਰ ਪਾਸ ਰਾਖੀ, ਅਸ਼ਟਮ ਥੀਤ ਗੋਵਿੰਦ ਜਨਮਾਸੀ, ਭਗਤ ਭਰਮ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਕੱਚੀਆਂ ਗੱਲਾਂ ਕਰਦੇ ਨੇ ਹਜ਼ੂਰ ਕਹਿੰਦੇ। ਮੈਂ ਸੁਣਿਆ ਲੋਕੀ ਕਹਿ ਰਹੇ ਨੇ ਅੱਜ ਜਨਮ ਅਸ਼ਟਮੀ ਹੈ, ਅੱਜ ਠਾਕੁਰ ਦਾ ਜਨਮ ਹੋਇਆ ਹੈ, ਅੱਜ ਰੱਬ ਜੀ ਦਾ ਜਨਮ ਹੋਇਆ ਹੈ। ਉਹ ਨਹੀਂ ਭਲਿਓ, ਕੱਚੀਆਂ ਗੱਲਾਂ ਨੇ ਇਹ। ਕਚਰਾਇਣ ਦਾ ਮਤਲਬ ਹੈ ਕਚਰ ਪਿਚਰ ਬੋਲਣਾ, ਕੱਚੀਆਂ ਗੱਲਾਂ। ਭਰਮ ਭੂਲੇ ਨਰ ਕਰਤ ਕਚਰਾਇਣ, ਇਹ ਜਿਹੜੀਆਂ ਠਾਕੁਰ ਦੇ ਜਨਮ ਲੈਣ ਵਾਲੀਆਂ ਗੱਲਾਂ ਜਿਹੜੀਆਂ ਨੇ, ਇਹ ਕੱਚੀਆਂ ਪਿੱਲੀਆਂ ਗੱਲਾਂ ਕੱਚੇ ਪਿੱਲੇ ਲੋਕ ਹੀ ਕਰਦੇ ਨੇ, ਜਿਹੜੇ ਭਰਮ ਦੇ ਵਿੱਚ ਪਏ ਹੋਏ ਨੇ, ਜਿਨ੍ਹਾਂ ਨੂੰ ਇਹ ਭੁਲੇਖਾ ਹੈ ਕਿ ਪਰਮਾਤਮਾ ਜਿਹੜਾ ਹੈ ਉਹ ਜਨਮ ਲੈਂਦਾ ਹੈ। ਉਹ ਭਲਿਓ ਪਰਮਾਤਮਾ ਜਨਮ ਨਹੀਂ ਲੈਂਦਾ, ਉਹ ਅਜੂਨੀ ਹੈ। ਉਸਨੇ ਸਾਰੀਆਂ ਤਰੀਕਾਂ ਛੱਡ ਦਿੱਤੀਆਂ। ਅਸ਼ਟਮ ਥੀਤ ਗੋਬਿੰਦ ਜਨਮਾਸੀ, ਤੇ ਅਸ਼ਟਮੀ ਦੀ ਥਿਤ ਜਿਹੜੀ ਹੈ ਉਹ ਜਨਮ ਲੈਣ ਵਾਸਤੇ ਤੈਅ ਕਰ ਲਈ। ਭਰਮ ਭੁੱਲੇ ਨਰ ਕਰਤ ਕਚਰਾਇਣ, ਇਹ ਭਰਮੀਆਂ ਦੀਆਂ ਭੁਲੇਖੇ ਵਾਲੀਆਂ ਗੱਲਾਂ ਨੇ। ਜਨਮ ਮਰਨ ਤੇ ਰਹਿਤ ਨਾਰਾਇਣ, ਵਾਹਿਗੁਰੂ ਪਰਮੇਸ਼ਰ ਜਨਮ ਮਰਨ ਤੋਂ ਰਹਿਤ ਹੈ। ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਰੇ ਸਾਕਤ ਢੋਰ। ਤੁਸੀਂ ਤੇ ਪੰਜੀਰੀ ਖਾ ਕੇ ਕਹਿ ਦਿੱਤਾ, ਖਵਾ ਕੇ ਕਹਿ ਦਿੱਤਾ, ਖਾ ਕੇ ਕਹਿ ਲਿਆ ਅੱਜ ਠਾਕੁਰ ਜੀ ਦਾ ਜਨਮ ਹੋਇਆ, ਲਓ ਵੀ ਖਾਓ ਪੰਜੀਰੀਆਂ, ਮਾਣੋ ਖੁਸ਼ੀਆਂ, ਤੁਹਾਨੂੰ ਵਧਾਈਆਂ ਵਧਾਈਆਂ ਦੇ ਦਿੱਤੀਆਂ ਖਵਾ ਕਰਕੇ। ਕਰ ਪੰਜੀਰ ਖਵਾਇਓ ਚੋਰ, ਤੇ ਨਾਲੇ ਉਹਨੂੰ ਚੋਰ ਵੀ ਬਣਾ ਦਿੱਤਾ ਕਿ ਉਹ ਚੋਰ ਵੀ ਹੈ। ਨਹੀਂ, ਵਾਹਿਗੁਰੂ ਚੋਰ ਨਹੀਂ। ਜਿਹੜਾ ਮਹਾਰਾਜ ਕਹਿੰਦੇ ਨੇ ਇਹ ਗੱਲ ਕਹਿੰਦਾ ਹੈ ਨਾ, ਪਰਮਾਤਮਾ ਨਹੀਂ ਕਹਿੰਦੇ, ਮੈਨੂੰ ਨਹੀਂ ਇਹ ਗੱਲ ਹਜ਼ਮ ਹੁੰਦੀ। ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਰੇ ਸਾਕਤ ਢੋਰ। ਓਏ ਸਾਕਤੋ, ਓਏ ਮੂਰਖੋ, ਢੋਰੋ, ਜਨਮ ਨਾ ਮਰੇ, ਉਹ ਜਨਮ ਦਾ ਮਰਦਾ ਨਹੀਂ ਹੈ। ਇਸੇ ਸ਼ਬਦ ਵਿੱਚ ਕਿੰਨੇ ਵਾਰ ਹਜ਼ੂਰ ਨੇ ਇਹ ਜਿਹੜੇ ਸ਼ਬਦ ਨੇ ਜਨਮ ਨਾ ਮਰੇ ਵਾਲੇ ਇਹ ਵਰਤੇ ਨੇ।
इस करके ये समझाया वो जन्म नहीं लैंदा। ਜਿਹੜਾ ਜਨਮ ਨਹੀਂ ਲੈਂਦਾ ਉਸ ਪਰਮਾਤਮਾ ਨੂੰ, ਉਸ ਨਿਰੰਕਾਰ ਨੂੰ ਉਹਨਾਂ ਨੇ ਜਾਣਿਆ, ਉਹਨਾਂ ਨੇ ਸਮਝਿਆ ਤੇ ਸਤਿਗੁਰਾਂ ਦੀ ਮਹਿਮਾ ਜਿਹੜੀ ਹੈ ਉਹ ਬਿਆਨ ਕੀਤੀ। ਲੇਕਿਨ ਜਿਹੜੀਆਂ ਸ਼ਖਸੀਅਤਾਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਪ੍ਰਭਾਵਸ਼ਾਲੀ ਸਨ, ਜਿਨ੍ਹਾਂ ਨੂੰ ਉਹ ਸਦੀਆਂ ਤੋਂ ਵੱਡਿਆਂ ਵਡੇਰਿਆਂ ਤੋਂ ਮੰਨਦੇ ਚਲੇ ਆਏ ਸਨ, ਉਹਨਾਂ ਦੀਆਂ ਸਿਫਤਾਂ ਪੁਰਾਣਾਂ ਦੇ ਵਿੱਚ ਸਰਵਣ ਕਰਦੇ ਆਏ ਸਨ, ਕਥਾਵਾਂ ਦੇ ਵਿੱਚ ਸੁਣਦੇ ਆਏ ਸਨ। ਜਦੋਂ ਹਜ਼ੂਰ ਦੀ ਸਿਫਤ ਕੀਤੀ, ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕੀਤੀ, ਗੁਰੂ ਅੰਗਦ ਦੇਵ, ਧੰਨ ਗੁਰੂ ਅਮਰਦਾਸ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਸਿਫਤਾਂ ਕੀਤੀਆਂ, ਤੇ ਉਹਨਾਂ ਦੇ ਕੋਲ ਜਿਹੜੀਆਂ ਵੱਡੀਆਂ ਵੱਡੀਆਂ ਉਹਨਾਂ ਦੇ ਸ਼ਬਦ ਕੋਸ਼ ਦੇ ਵਿੱਚ ਸ਼ਖਸੀਅਤਾਂ ਸਨ, ਪਰਸਨੈਲਿਟੀਆਂ ਸਨ, ਉਹਨਾਂ ਦੇ ਨਾਮਾਂ ਦੇ ਨਾਲ ਉਹਨਾਂ ਦੀਆਂ ਸਿਫਤਾਂ ਕੀਤੀਆਂ। ਬਸ ਇਸ ਗੱਲ ਨੂੰ ਸਮਝਿਓ, ਨਹੀਂ ਤੇ ਬਾਣੀ 'ਚ ਹਜ਼ੂਰ ਦੇ ਬਚਨ ਨੇ। ਮਹਾਰਾਜ ਕਹਿੰਦੇ ਨੇ ਇਸੇ ਅਜੂਨੀ ਸ਼ਬਦ ਦੀ ਵਿਆਖਿਆ ਕਰਦਿਆਂ ਹੋਇਆਂ, ਹਜ਼ੂਰ ਕਹਿੰਦੇ ਨੇ ਕਿਸ਼ਨ ਸਦਾ ਅਵਤਾਰੀ ਰੁੱਧਾ ਕਿਤ ਲਗ ਤਰੇ ਸੰਸਾਰਾ। ਕਹਿੰਦੇ ਨੇ ਕ੍ਰਿਸ਼ਨ ਵਿਸ਼ਨੂੰ ਜੀ ਸਦਾ ਅਵਤਾਰੀ ਰੁੱਧਾ, ਅਵਤਾਰ ਲੈਣ ਦੇ ਵਿੱਚ ਹੀ ਰੁੱਧਿਆ ਰਹਿੰਦਾ ਹੈ, ਅਵਤਾਰ ਧਾਰਨ ਤੇ ਕਰਨ ਦੇ ਵਿੱਚ ਹੀ ਰੁੱਧਿਆ। ਜਿਹੜਾ ਆਪ ਅਵਤਾਰ ਧਾਰਨ ਦੇ ਵਿੱਚ, ਜਨਮ ਦੇ ਵਿੱਚ ਹੀ ਰੁੱਝਿਆ ਰਹਿੰਦਾ ਹੈ, ਜਨਮ ਲੈਣ ਤੇ ਮਰਨ ਦੇ ਵਿੱਚ ਹੀ। ਕਿਤ ਲਗ ਤਰੇ ਸੰਸਾਰਾ, ਉਹਦੇ ਨਾਲ ਲੱਗ ਕੇ ਕਿਵੇਂ ਸੰਸਾਰ ਤਰ ਸਕਦਾ ਹੈ? ਇਹ ਬਾਣੀ ਦੇ ਬਚਨ ਨੇ। ਇਸ ਕਰਕੇ ਮੈਂ ਫਿਰ ਹੱਥ ਜੋੜ ਕੇ ਬੜੇ ਸਤਿਕਾਰ ਤੇ ਅਦਬ ਦੇ ਨਾਲ ਬੇਨਤੀ ਕਰਾਂਗਾ, ਕਿਸੇ ਦੇ ਮਨ ਨੂੰ ਠੇਸ ਨਾ ਲੱਗੇ। ਹਜ਼ੂਰ ਦਾ ਸਿਧਾਂਤ ਜਿਹੜਾ ਹੈ ਉਹ ਨਿਰਾਕਾਰ ਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਸਵਰੂਪ ਨੂੰ ਨਿਰਾਕਾਰ ਬਿਆਨ ਕੀਤਾ ਹੈ। ਉਹ ਘਟ ਘਟ ਦੇ ਵਿੱਚ ਰਮਿਆ ਹੋਇਆ, ਵਿਆਪਿਆ ਹੋਇਆ ਹੈ। ਉਹਦਾ ਸਰਗੁਣ ਸਵਰੂਪ ਸਾਰਾ ਸੰਸਾਰ ਹੈ, ਸਾਰੀ ਸ੍ਰਿਸ਼ਟੀ ਉਸ ਨਿਰਾਕਾਰ ਦਾ ਸਵਰੂਪ ਹੈ। ਪਰ ਜੇ ਅਸੀਂ ਕਿਸੇ ਇੱਕ ਪਰਸਨੈਲਿਟੀ, ਇੱਕ ਸ਼ਖਸੀਅਤ ਨੂੰ ਰੱਬ ਨਹੀਂ ਮੰਨ ਸਕਦੇ। ਉਹ ਹੈ ਸਾਰਿਆਂ ਦੇ ਵਿੱਚ, ਸਭ ਦੇ ਵਿੱਚ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਸੁਨ ਰੇ ਮਨਾ, ਭਉ ਨਿਦ ਉਤਰੈ ਪਾਰ। ਕਾਹੇ ਰੇ ਬਨ ਖੋਜਨ ਜਾਹੀ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਹੀ, ਪੁਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਉਹਨੂੰ ਅੰਦਰ ਬਾਹਰ ਸਾਰੀਆਂ ਥਾਵਾਂ ਤੇ ਉਸ ਇੱਕੋ ਨੂੰ ਹੀ ਜਾਣੋ, ਸਮਝੋ, ਉਹ ਇੱਕੋ ਹੀ ਵਸਦਾ ਹੈ। ਤੋ ਇਹ ਸਰਬ ਵਿਆਪਕਤਾ ਦਾ ਸਵਰੂਪ ਹਜ਼ੂਰ ਨੇ ਸਾਨੂੰ ਦਿੱਤਾ ਹੈ। ਉਸ ਮਾਲਕ ਨੂੰ ਸਭ ਦੇ ਵਿੱਚ ਜਾਣਨਾ, ਸਭ ਵਿੱਚ ਰਮਿਆ ਹੋਇਆ ਸਮਝਣਾ। ਇੱਥੇ ਸਿਫਤ ਕਰਦੇ ਹੋਏ ਮੈਂ ਬੇਨਤੀ ਕਰਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ। ਕਹਿੰਦੇ ਨੇ ਪੀਤ ਬਸਨ ਕੁੰਦ ਦਸਨ, ਪ੍ਰਿਆ ਸਹਿਤ ਕੰਠ ਮਾਲ, ਮੁਕਟ ਸੀਸ ਮੋਰ ਪੰਖ ਚਾਹੇ ਜੀਓ। ਕਹਿੰਦੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਹੇ ਸਤਿਗੁਰੂ ਮੇਰੇ ਵਾਸਤੇ, ਮੇਰੇ ਲਈ ਜਪਜੀ ਸਾਹਿਬ ਪੜੋ, ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਹਜ਼ੂਰ ਨੇ ਕਿਹਾ ਸਿੱਖਾ ਤੇਰੇ ਵਾਸਤੇ ਗੁਰੂ ਹੀ ਈਸ਼ਰ ਹੈ, ਬ੍ਰਹਮਾ ਹੈ, ਜੋ ਪਾਰਬਤੀ ਮਾਈ, ਤੇਰੇ ਲਈ ਕੋਈ ਵੱਖਰਾ ਹੋਰ ਕੁਛ ਨਹੀਂ ਹੈ। ਤੂੰ ਆਪਣੇ ਗੁਰੂ ਤੇ ਨਿਸ਼ਚਾ ਭਰੋਸਾ ਰੱਖ ਤੇ ਉਸ ਦੀ ਸਿਫਤ ਆਪਣੇ ਹਿਰਦੇ 'ਚ ਵਸਾ ਤੇ ਆਪਣੇ ਮਨ ਨੂੰ ਕਿਸੇ ਹੋਰ ਪਾਸੇ ਨਾ ਜਾਣ ਦੇਵੀਂ। ਸੇ ਸਮਝ ਲੈ ਵੀ ਜੇ ਜਾਵੇ ਵੀ ਤੇ ਸਮਝੇ ਕਿ ਗੁਰੂ ਹੀ ਤੇਰੇ ਵਾਸਤੇ ਸਭ ਕੁਛ ਹੈ। ਗੁਰ ਕੀ ਮਹਿਮਾ ਭੇਦ ਨਾ ਜਾਣੇ, ਤੁਛ ਮਾਤ ਸੁਣ ਸੁਣ ਵਖਾਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ, ਗੁਰੂ ਦੀ ਮਹਿਮਾ ਭੇਦ ਵੀ ਨਹੀਂ ਜਾਣਦੇ। ਜੋ ਤੁਛ ਮਾਤਰ ਬਖਿਆਨ ਕਰਦੇ ਨੇ ਨਾ, ਉਹ ਸੁਣ ਸੁਣ ਕੇ ਹੀ, ਦੂਸਰਿਆਂ ਦੇ ਕੋਲੋਂ ਸੁਣ ਸੁਣ ਕੇ ਹੀ ਬਖਿਆਨ ਕਰਦੇ ਨੇ, ਆਖਦੇ ਨੇ, ਦੱਸਦੇ ਨੇ ਗੁਰੂ ਐਵੇਂ ਦਾ ਹੈ, ਗੁਰੂ ਦੀ ਆਹ ਵਡਿਆਈ ਹੈ। ਤੁਛ ਮਾਤ ਸੁਣ ਸੁਣ ਵਖਾਨੇ, ਸੁਣ ਸੁਣ ਕੇ, ਸੁਣ ਦੇ ਨਾਣੇ ਨੂੰ ਸਿਆਰੀ ਹੈ। ਗੁਰ ਕੀ ਮਹਿਮਾ ਭੇਦ ਨਾ ਜਾਣੇ, ਇਹ ਬਚਨ ਹਜ਼ੂਰ ਦੇ ਨੇ। ਬੜੀ ਬੇਅੰਤ ਮਹਿਮਾ ਹੈ।
ਉਸ ਦੀ ਮਹਿਮਾ ਦਾ ਬਖਿਆਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਮੇਰਾ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਪੂਰਨ ਹੈ, ਉਹ ਸਦਾ ਸਥਿਰ ਹੈ। ਮੇਰੇ ਲਈ ਪੀਤ ਬਸਨ, ਪੀਤ ਬਸਨ, ਪੀਤ ਦਾ ਮਤਲਬ ਪੀਲੇ, ਬਸਨ ਦਾ ਮਤਲਬ ਬਸਤਰ, ਪੀਲੇ ਬਸਤਰਾਂ ਵਾਲਾ। ਕੁੰਦ ਦਸਨ, ਕੁੰਦ ਇੱਕ ਫੁੱਲ ਦੀ ਕਿਸਮ ਹੈ, ਵੈਰਾਈਟੀ ਹੈ, ਕੁੰਦਾ ਕਹਿ ਲਓ ਉਹਨੂੰ, ਕਹਿੰਦੇ ਚਿੱਟੇ ਚਿੱਟੇ ਰੰਗ ਦੇ ਉਹ ਫੁੱਲ ਹੁੰਦੇ ਨੇ, ਕੁੰਦ ਦਸਨ। ਕਹਿੰਦੇ ਕੁੰਦੇ ਦੇ ਫੁੱਲਾਂ ਵਰਗੇ ਜਿਹਦੇ ਦਸਨ, ਦਸਨ ਦਾ ਮਤਲਬ ਹੈ ਦੰਦ, ਜਿਸ ਦੇ ਦੰਦ ਨੇ, ਪੀਲੇ ਬਸਤਰਾਂ ਵਾਲਾ, ਕੁੰਦ ਦਸਨ, ਚਿੱਟੇ ਦੰਦਾਂ ਵਾਲਾ, ਪ੍ਰਿਆ ਸਹਿਤ, ਜਿਹੜਾ ਜੋ ਆਪਣੀ ਪ੍ਰਿਆ ਆਪਣੀ ਪਿਆਰੀ ਦੇ ਨਾਲ ਸ਼ੋਭ ਰਿਹਾ ਹੈ। ਕੰਠ ਮਾਲ, ਜਿਹਦੇ ਗਲ ਦੇ ਵਿੱਚ ਮਾਲਾ ਹੈ। ਮੁਕਟ ਸੀਸ, ਮੋਰ ਪੰਖ, ਜਿਹਦੇ ਸਿਰ ਦੇ ਉੱਪਰ ਮੋਰ ਦੇ ਪੰਖਾਂ ਦਾ ਮੁਕਟ ਹੈ। ਕਹਿੰਦੇ ਨੇ ਉਹ ਜਿਹੜਾ ਮੇਰੇ ਵਾਸਤੇ ਮੇਰਾ ਸਤਿਗੁਰੂ ਹੀ ਹੈ। ਉਹ ਰੂਪਕ ਅਲੰਕਾਰ ਭੱਟ ਗਿਆਨੰਦ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਵਾਸਤੇ ਵਰਤਿਆ ਹੈ। ਕਹਿੰਦੇ ਮੇਰੇ ਲਈ ਮੇਰਾ ਸਤਿਗੁਰੂ ਹੀ ਹੈ ਸਭ ਕੁਛ। ਮੋਰ ਪੰਖ ਚਾਹੇ ਜਿਉ ਬੇਵਜ਼ੀਰ, ਵੱਡੇ ਧੀਰ, ਧਰਮ ਅੰਗ ਅਲਖ ਅਗੰਮ, ਖੇਲ ਕੀਆ ਆਪਣੇ ਉਸ਼ਾਹ ਜਿਉ। ਉਸ਼ਾਹ ਦਾ ਮਤਲਬ ਹੈ ਚਾਅ ਨੂੰ ਕਹਿੰਦੇ ਨੇ। ਬੇਵਜ਼ੀਰ, ਉਹ ਮੇਰਾ ਗੁਰੂ ਰਾਮਦਾਸ ਸੱਚਾ ਪਾਤਸ਼ਾਹ, ਉਹ ਮੇਰਾ ਮਹਾਨ ਸਤਿਗੁਰੂ, ਮੇਰਾ ਵੱਡਾ ਸਤਿਗੁਰੂ ਜੋ ਹੈ ਬੇਵਜ਼ੀਰ, ਉਹਨੂੰ ਕਿਸੇ ਮਸਲਤੀ ਦੀ, ਕਿਸੇ ਸਲਾਹਕਾਰ ਦੀ ਲੋੜ ਨਹੀਂ ਹੈ। ਵਜ਼ੀਰ ਕਹਿੰਦੇ ਨੇ ਸਲਾਹਕਾਰ ਨੂੰ। ਬੇਵਜ਼ੀਰ, ਬੇਸ਼ਬਦ ਜਿਹੜਾ ਅਗੇਤਰ ਹੈ, ਜਿਹਦਾ ਮਤਲਬ ਹੈ ਵਜ਼ੀਰੀ ਤੋਂ ਰਹਿਤ, ਸਲਾਹਕਾਰ ਤੋਂ ਰਹਿਤ। ਬੇਵਜ਼ੀਰ, ਉਹਦਾ ਕੋਈ ਵਜ਼ੀਰ ਨਹੀਂ ਹੈ, ਉਹਨੂੰ ਕਿਸੇ ਮਸਲਤੀ ਦੀ ਲੋੜ ਨਹੀਂ ਹੈ ਕਿ ਆਪਣੇ ਕੰਮ ਵਾਸਤੇ ਉਹਨੂੰ ਕਿਸੇ ਮਸਲਤ ਦੀ, ਸਲਾਹਕਾਰ ਦੀ, ਕਿਸੇ ਵਜ਼ੀਰ ਦੀ, ਕਿਸੇ ਮੰਤਰੀ ਦੀ ਲੋੜ ਹੈ। ਉਹ ਇਹੋ ਜਿਹਾ ਬਾਦਸ਼ਾਹ ਹੈ, ਇਹੋ ਜਿਹਾ ਰਾਜਾ ਹੈ। ਦੁਨੀਆ ਦੇ ਅੰਦਰ ਕਿਹੜਾ ਇੱਕ ਨਿੱਕਾ ਨਿੱਕਾ ਜਿਹਾ ਕੋਈ ਹੋਵੇ ਨਾ, ਕੋਈ ਕਲੈਕਟਰ ਹੋਵੇ, ਕੋਈ ਸਰਪੰਚ ਪੰਚ ਹੋਵੇ, ਉਹ ਵੀ ਆਪਣੇ ਨਾਲ ਆਪਣਾ ਪੀਏ ਲਈ ਫਿਰਦਾ ਹੈ, ਆਪਣੇ ਨਾਲ ਆਪਣਾ ਵਜ਼ੀਰ ਲਈ ਫਿਰਦਾ ਹੈ, ਆਪਣੇ ਨਾਲ ਆਪਣਾ ਸਲਾਹਕਾਰ ਲਈ ਫਿਰਦਾ ਹੈ, ਸਹਾਇਕ ਲਈ ਫਿਰਦਾ ਹੈ। ਭੱਟ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਸਿਫਤਾਂ ਕਰਦੇ, ਕਹਿੰਦੇ ਨੇ ਉਹ ਬੇਵਜ਼ੀਰ ਹੈ, ਉਹਨੂੰ ਕਿਸੇ ਸਲਾਹਕਾਰ ਦੀ, ਕਿਸੇ ਸਹਾਇਕ ਦੀ ਲੋੜ ਨਹੀਂ ਹੈ, ਜ਼ਰੂਰਤ ਨਹੀਂ ਹੈ। ਵੱਡੇ ਧੀਰ, ਵੱਡੇ ਧੀਰਜ ਵਾਲਾ, ਅਥਾਹ ਧੀਰਜ ਵਾਲਾ ਹੈ। ਧਰਤੀ ਵਰਗਾ ਜ਼ਿਕਰ ਹੈ ਗੁਰੂ ਦਾ। ਜਿੱਦਾਂ ਧਰਤੀ ਆਪਣੇ ਉੱਪਰ ਸਭ ਕੁਝ ਸਹਾਰ ਲੈਂਦੀ ਹੈ, ਧੁੱਪ ਛਾਂ ਬਰਖਾ ਸਭ ਕੁਝ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਪਰਮੇਸ਼ਰ ਸਰੂਪ ਹੈ। ਮਹਾਰਾਜ ਨੇ ਕਿਹਾ ਜਿਸ ਤਰ੍ਹਾਂ ਧਰਤੀ ਨੂੰ ਕੋਈ ਖੋਦ ਲਵੇ, ਮਿੱਟੀ ਪੁੱਟ ਲਵੇ ਜਾਂ ਉੱਪਰ ਮਿੱਟੀ ਪਾ ਦੇਵੇ, ਕੋਈ ਫਰਕ ਨਹੀਂ ਪੈਂਦਾ। ਕੋਈ ਚੰਦਨ ਦਾ ਲੇਪ ਉਹਨੂੰ ਕਰ ਦੇਵੇ, ਬ੍ਰਹਮ ਗਿਆਨੀ ਸਦਾ ਅਲੇਪ, ਜਿਉ ਬਸੂਦਾ ਕੋ ਖੋਦੇ ਕੋ ਚੰਦਨ ਲੇਪ। ਐਦਾਂ ਦਾ ਹੈ ਉਹਦਾ ਧੀਰਜ, ਧਰਤੀ ਵਰਗਾ ਧੀਰਜ ਹੈ। ਵੱਡੇ ਧੀਰ ਵਾਲਾ ਹੈ। ਧਰਮ ਅੰਗ, ਧਰਮ ਦੀ ਪਾਲਣਾ ਕਰਨ ਵਾਲਾ ਹੈ। ਅੰਗ ਦਾ ਮਤਲਬ ਹੈ ਪਾਲਕ, ਧਰਮ ਪਾਲਕ ਹੈ। ਆਪਣੇ ਫਰਜ਼ਾਂ ਦੀ ਸ਼ਨਾਖਤ ਹੈ ਉਸ ਨੂੰ। ਉਹ ਸੰਸਾਰ ਦਾ ਭਲਾ ਕਰਨ ਦੇ ਵਿੱਚ ਕੁਤਾਹੀ ਨਹੀਂ ਕਰਦਾ। ਧਰਮ ਅੰਗ ਹੈ। ਹਜ਼ੂਰ ਦਾ ਜੀਵਨ ਪੜ੍ਹ ਲਓ, ਗੁਰੂ ਰਾਮਦਾਸ ਮਹਾਰਾਜ ਜੀ ਦਾ, ਕਿਸ ਤਰ੍ਹਾਂ ਦੇ ਨਾਲ ਉਹ ਧਰਮ ਅੰਗ ਬਣੇ ਨੇ, ਕਿਸ ਤਰ੍ਹਾਂ ਦੇ ਨਾਲ ਉਹ ਵੱਡੇ ਧੀਰ ਵਾਲੇ ਬਣੇ ਨੇ। ਇੱਕ ਛੋਟੀ ਜਿਹੀ ਆਯੂ 6-7 ਸਾਲ ਦੀ ਉਮਰ ਦੇ ਵਿੱਚ ਦੁਨਿਆਵੀ ਤੌਰ ਦੇ ਉੱਪਰ ਮਾਤਾ ਪਿਤਾ ਦਾ ਸਿਰ ਤੋਂ ਸਾਇਆ ਚਲੇ ਜਾਣਾ, ਫਿਰ ਨਿਰੰਤਰ ਆਪਣੀ ਉਪਜੀਵਕਾ ਦਾ ਸਾਧਨ ਨਾਲ ਆਪਣੇ ਜੀਵਨ ਨੂੰ ਚਲਾਉਣ ਵਾਸਤੇ ਕਿਰਤ ਕਰਦਿਆਂ ਹੋਇਆਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਜਾਣਾ, ਆਪਣੀ ਕਿਰਤ ਵੀ ਕਰਨੀ ਦੁਨਿਆਵੀ ਤੌਰ ਦੇ ਉੱਪਰ, ਤੇ ਗੁਰੂ ਦੀ ਕਿਰਤ ਜਿਹੜੀ ਹੈ ਨਾਮ ਦੀ, ਸੇਵਾ ਦੀ, ਸਿਮਰਨ ਦੀ,
ਉਹ ਵੀ ਕਰਨੀ ਨਾਲ, ਦੋਨੋਂ ਹੀ ਕਿਰਤਾਂ ਨੇ। ਗੁਰੂ ਦੇ ਚਰਨਾਂ ਦੇ ਵਿੱਚ ਜਿਨ ਸਤਿਗੁਰ ਸੇਵ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤੇ ਤਾਂਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਦੁੱਖ ਅੰਧੇਰ ਅਗਿਆਨ ਕੋ ਨਾਸ। ਗੁਰੂ ਦੇ ਚਰਨਾਂ ਦੇ ਨਾਲ ਜੋੜ ਕਰਕੇ ਜਿਨ ਸਤਿਗੁਰ ਸੇਵ ਪਰਮ ਪਦ, ਪਰਮ ਪਦਵੀ ਐਵੇਂ ਨਹੀਂ ਮਿਲਦੀ, ਕਮਾਈ ਕਰਨੀ ਪੈਂਦੀ ਹੈ, ਘਾਲਣੀ ਪੈਂਦੀ ਹੈ। ਇਹ ਨਹੀਂ ਹੈ ਕਿ ਰਿਸ਼ਵਤਾਂ ਦੇ ਕੇ ਪਰਮ ਪਦਵੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ, ਮਾਇਆ ਦੇ ਕਰਕੇ ਸਟੇਟਸ ਅਹੁਦੇ ਲਏ ਜਾ ਸਕਦੇ ਨੇ, ਕਮਾਈ ਕਰਕੇ ਮਿਹਨਤ ਕਰਕੇ ਘਾਲਣਾ ਦੇ ਨਾਲ ਇਹ ਮਿਲਦਾ ਹੈ। ਜਿਹੜਾ ਘਾਲ ਕਮਾਈ ਕਰਦਾ ਹੈ ਉਸ ਨੂੰ ਉੱਚਾ ਮਰਾਤਬਾ ਮਿਲ ਜਾਂਦਾ ਹੈ, ਹਜ਼ੂਰ ਨੇ ਪ੍ਰਾਪਤ ਕੀਤਾ। ਦੂਸਰੇ ਸਵਈਏ ਚ ਕਿਹਾ ਜਿਨ ਸਤਿਗੁਰ ਸੇਵ ਪਦਾਰਥ ਪਾਇਓ, ਨਾਮ ਪਦਾਰਥ ਨੂੰ ਪਾ ਕਰਕੇ। ਤੇ ਉਹਨਾਂ ਨੂੰ ਫਿਰ ਕਿਹਾ ਵੀ ਤੁਸੀਂ ਤੇ ਮਹਾਰਾਜ ਤੁਮ ਮਲਿਆਗਰ ਪ੍ਰਗਟ ਸੁਬਾਸ, ਤੁਸੀਂ ਤੇ ਚੰਦਨ ਦੀ ਤਰ੍ਹਾਂ ਹੋ ਜੋ ਖੁਸ਼ਬੂ ਦਿੰਦਾ ਹੈ। ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵਿੱਚੋਂ ਚੰਦਨ ਦੀ ਖੁਸ਼ਬੂ, ਚੰਦਨ ਵਰਗੀ ਸ਼ੁਭ ਗੁਣਾਂ ਦੀ, ਕਿਰਤ ਦੀ, ਸੇਵਾ ਦੀ, ਸਿਮਰਨ ਦੀ, ਬੰਦਗੀ ਦੀ, ਗੁਰੂ ਦੇ ਨਾਲ ਪ੍ਰੀਤ ਦੀ, ਪਿਆਰ ਦੀ ਖੁਸ਼ਬੂ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਉਹ ਐਸੇ ਧੀਰਜ ਧਰਮ ਵਾਲੇ ਨੇ, ਐਸੇ ਧਰਮ ਅੰਗ ਨੇ, ਧਰਮ ਪਾਲਕ ਨੇ। ਜਦੋਂ ਉਹਨਾਂ ਦੇ ਸਾਹਮਣੇ ਜ਼ਿੰਮੇਵਾਰੀ ਦੀ ਗੱਲ ਆਉਂਦੀ ਏ, ਉਹ ਦੇਖਦੇ ਨੇ ਉਹਨਾਂ ਦੇ ਪੁੱਤਰ ਪ੍ਰਿਥੀ ਚੰਦ ਜੀ ਨੇ, ਉਹਨਾਂ ਦੇ ਦੂਸਰੇ ਪੁੱਤਰ ਮਹਾਦੇਵ ਜੀ ਨੇ, ਤੀਸਰੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬਜ਼ਾਦੇ ਨੇ, ਸਭ ਤੋਂ ਛੋਟੇ ਨੇ। ਵੱਡੇ ਜਿਹੜੇ ਨੇ ਦੇਖਣ ਦੇ ਵਿੱਚ ਬੜੇ ਸਿਆਣੇ ਲੱਗਦੇ ਨੇ ਪਰ ਗੁਰਮਤ ਤੋਂ ਦੂਰ ਨੇ। ਪਰ ਉਹ ਧਰਮ ਅੰਗ ਧਰਮ ਦੀ ਗੱਲ ਕਰਦੇ ਨੇ, ਪਰਖਦੇ ਨੇ, ਪੜਚੋਲਦੇ ਨੇ ਕਿਸ ਦੀ ਬਿਰਤੀ, ਕਿਸ ਦਾ ਸੁਭਾਵ ਜਿਹੜਾ ਹੈ ਉਹ ਕਲਿਆਣਕਾਰੀ ਹੈ, ਸੰਸਾਰ ਦੇ ਭਲੇ ਵਾਲਾ ਹੈ, ਕਿਹੜਾ ਵੱਡੇ ਧੀਰਜ ਦਾ ਧਾਰਨੀ ਹੈ, ਅਜਰ ਨੂੰ ਜਰਨ ਵਾਲਾ ਹੈ। ਜਿਸ ਤਰ੍ਹਾਂ ਉਹ ਆਪ ਅਜਰ ਨੂੰ ਜਰਨ ਵਾਲੇ ਨੇ, ਇਸੇ ਤਰ੍ਹਾਂ ਉਹਨਾਂ ਨੇ ਵੱਡੀ ਜ਼ਿੰਮੇਵਾਰੀ ਵੀ ਜਿਹੜੀ ਹੈ ਉਹ ਅਜਰ ਨੂੰ ਜਰਨ ਵਾਲਿਆਂ ਨੂੰ ਧਰਮ ਅੰਗ ਪਾਲਕ ਹੁੰਦਿਆਂ ਹੋਇਆਂ ਬਖਸ਼ਿਸ਼ ਕੀਤੀ ਹੈ। ਐਸਾ ਨਹੀਂ ਕਿ ਉਹ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕਰਦੇ, ਪਿਆਰ ਦੇ ਨਾਲ ਸਮਝਾਉਂਦੇ ਵੀ ਨੇ। ਦੁਨੀਆ ਦੇ ਵਿੱਚ ਇੱਕ ਮਿਸਾਲ, ਇੱਕ ਜ਼ਿੰਮੇਵਾਰੀ ਦਾ ਅਹਿਸਾਸ ਦੁਨੀਆ ਦੇ तमाम ਪੁੱਤਰਾਂ ਨੂੰ ਬਖਸ਼ਿਸ਼ ਕਰਦੇ ਨੇ। ਜਦੋਂ ਵੱਡਾ ਪੁੱਤਰ ਜਿਹੜਾ ਹੈ ਉਹ ਦੁਨਿਆਵੀ ਪਦਾਰਥਾਂ ਦੀ ਤਰ੍ਹਾਂ, ਜਿਸ ਤਰ੍ਹਾਂ ਜ਼ਮੀਨ ਜਾਇਦਾਦ ਦੇ ਝਗੜਿਆਂ ਦੀ ਵਿੱਚ ਪਿਆ ਹੋਇਆ, ਮਾਂ-ਬਾਪ ਦੇ ਨਾਲ ਵਿਗੜੇ ਹੋਏ ਬੱਚੇ ਜਿਹੜੇ ਨੇ ਝਗੜਾ ਕਰਦੇ ਨੇ ਨਾ, ਜ਼ਮੀਨ ਦੀ ਚੱਪਾ ਗਿੱਠ ਤੋਂ, ਵਾਧੇ ਘਾਟੇ ਤੋਂ, ਧਨ ਮਾਲ ਦੇ ਵੰਡ ਵੰਡਈਏ ਤੋਂ, ਵੱਡਾ ਜਿਹੜਾ ਹੈ ਜ਼ਿਆਦਾ ਆਪਣਾ ਹੱਕ ਸਮਝਦਾ ਹੈ। ਔਰ ਇਸੇ ਕਰਕੇ ਹੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕਰਦੇ ਨੇ, ਪ੍ਰਿਥੀ ਚੰਦ ਜੀ ਵਿਚਲ ਜਾਂਦੇ ਨੇ, ਅਵਾ ਤਵਾ ਬੋਲਦੇ ਨੇ, ਬਹੁਤ ਸਤਿਗੁਰੂ ਦੀ ਸ਼ਾਨ ਦੇ ਵਿੱਚ ਉੱਚੇ ਬੋਲ ਜਾਂਦੇ ਨੇ, ਖਿਲਾਫਤ ਕਰਦੇ ਹੋਏ। ਦੇਖ ਲਵਾਂਗਾ ਮੈਂ ਸਰਕਾਰੇ ਦਰਬਾਰੇ ਜਾ ਕਰਕੇ ਇਹ ਆਪਣਾ ਹੱਕ ਲੈ ਲਵਾਂਗਾ, ਇਹਨੂੰ ਜੱਦੀ ਹੱਕ ਸਮਝਦੇ ਨੇ। ਧਰਮ ਅੰਗ ਕਹਿੰਦੇ ਨੇ ਪੁੱਤਰ ਇਹ ਮੇਰੀ ਉਹ ਜ਼ਮੀਨ ਜਾਇਦਾਦ ਨਹੀਂ ਹੈ ਜਿਹੜੀ ਮੈਨੂੰ ਮਾਂ ਬਾਪ ਦੇ ਕੋਲੋਂ ਵਿਰਾਸਤ 'ਚ ਮਿਲੀ ਹੈ ਤੇ ਜਿਸ ਨੂੰ ਤੂੰ ਕਵੇ ਕਿ ਮੇਰਾ ਹੱਕ ਬਣਦਾ ਹੈ। ਇਹ ਦੀਨ ਦੁਨੀਆ ਦੇ ਮਾਲਕ ਦੀ, ਪਰਮ ਪਿਤਾ ਪਰਮਾਤਮਾ ਦੀ ਜ਼ਿੰਮੇਵਾਰੀ ਹੈ, ਇਹ ਵੱਡੀ ਸੇਵਾ ਹੈ। ਜਾਇਦਾਦ ਤਾਂ ਹੈ ਪਰ ਦੁਨਿਆਵੀ ਨਹੀਂ ਹੈ। ਇਹ ਆਤਮਿਕ ਵਿਰਾਸਤ ਦੇ ਮਾਲਕ ਜਿਹੜੇ ਨੇ ਆਤਮਿਕ ਗੁਣਾਂ ਵਾਲੇ ਹੀ ਬਣ ਸਕਦੇ ਹਨ। ਪਰਮੇਸ਼ਰ ਵੱਲੋਂ ਇਹ ਮਿਲੀ ਹੋਈ ਉਹ ਹੁੰਡੀ ਹੈ ਜਿਹੜੀ ਸੇਵਕ ਨੂੰ ਤਾਰਨੀ ਹੁੰਦੀ ਹੈ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਤਾਰ ਕੇ ਗਏ ਨੇ। ਇਹ ਇਸੇ ਤਰ੍ਹਾਂ ਹੀ ਤਾਰਨੀ ਹੈ। ਇਹਨੂੰ ਪੁੱਤਰ ਆਪਣੇ ਐਸ਼ੋ ਆਰਾਮ ਦਾ ਸਾਧਨ ਨਾ ਸਮਝਣਾ, ਝਗੜਾ ਨਾ ਕਰਨਾ। ਕਾਹੇ ਪੂਤ ਝਗਰਤ ਹੋ ਸੰਗ, ਬਾਪ ਜਿਨਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ। ਪਾਪ ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਨਾ ਆਪ ਛੋੜ ਜਾਏ। ਬਿਖਵਾ ਰਸ ਖਿਨ ਮੈਂ ਤਉ ਲਾਗੇ ਪਛਤਾਪ। ਉਹ ਨਾ ਹੋਵੇ ਜਿਸ ਬਿਖਿਆ ਦੇ ਧਨ ਵਾਸਤੇ ਆਪਣੀ ਮਰਿਆਦਾ ਭੁੱਲ ਗਿਆ ਹੈ। ਪੁੱਤਰ ਮਾਂ ਬਾਪ ਦੀ ਇੱਜ਼ਤ ਕਰਨੀ ਹਰ ਧੀ ਦਾ, ਹਰ ਪੁੱਤਰ ਦਾ ਜਿਹੜਾ ਹੈ ਉਹ ਫਰਜ਼ ਹੈ। ਮਾਂ ਬਾਪ ਦਾ ਧਰਮ ਹੈ ਉਹ ਆਪਣੇ ਬੱਚਿਆਂ ਲਈ
सब कुछ ठीक ही करता है, चंगा ही करता है। कदे पुत्र नूं कदे धी नूं अपने माँ बाप के खिलाफ नहीं बोलना चाहिए। गुरु रामदास महाराज कहते ने ਇਹਦੇ ਵਰਗਾ ਕੋਈ ਵੱਡਾ ਪਾਪ ਨਹੀਂ ਜਿਹੜਾ ਆਪਣੇ ਮਾਂ-ਬਾਪ ਦੀ ਖਿਲਾਫਤ ਕਰਦਾ ਹੈ ਧਨ ਪਦਾਰਥਾਂ ਤੁੱਛ ਮਾਤਰ ਵਸਤੂਆਂ ਜਾਇਦਾਦਾਂ ਦੇ ਪਿੱਛੇ। ਕਹਿੰਦੇ ਨੇ ਤੇ ਛੱਡ ਕੇ ਚਲੇ ਜਾਣਾ ਬੇਟਾ, ਇਹ ਤੇ ਆਪਣਾ ਨਹੀਂ, तेरा की सवारेगा। छोड़ जाए बिखुआ रस खिन में तो लागे पछता, फिर पछतावा रह जाता है। धर्म अंग वो ऐसे धर्म अंग उन्हां दे जीवन दे विचों कोई भी तुसी जीवन दा किसे भी पड़ाव दे उपर देख लो, कोई भी जीवन दे अंग वाल देख लो, वो तुहानू धर्म परायण नजर आउणगे। पट अंगद जी कहंदे ने बेवजीर बड़े धीर धर्म अंग अलख अगम। अलख दा मतलब है जिन्हों लखिया ना जा सके, जिदियां वडियाइयां जिदियां सिफतां दा लेखा जोखा ना कीता जा सके। अलख हन, अगम हन, गमता तो परे हन, बेअंत हन, अपार हन। खेल किया अपने उशाह जियो, अपनी चाह दे नाल अपनी इच्छा दे नाल उन्हां ने ये खेल कीता है, ये उन्हां दी खेड है। अकथ कथा कथी ना जाए, तीन लोक रहया समाए। उसदी अकथ कथा है, गुरु दी कथा अकथ है, ना कथी जान वाली है, कथन तो वर्णन तो बारी है। जेड़ा गुरु बेअंत वडियाइयां दा मालक है, केड़े केड़े ओदे वडियाई दा केड़ी केड़ी सिफत दा गुण दा वर्णन करांगे असीं। अकथ है, ना कथी जान वाली है। कोई मुकम्मल तौर दे, इहदा मतलब ये नहीं कि उहदे गुण नहीं गाउणे, ਉਹਦੀਆਂ ਸਿਫਤਾਂ ਨਹੀਂ ਕਰਨੀਆਂ, ਉਹਦੀਆਂ ਵਡਿਆਈਆਂ ਨਹੀਂ ਕਰਨੀਆਂ। ਜਦੋਂ ਬਾਣੀ ਦੇ ਵਿੱਚ ਇਹ ਪੰਕਤੀ ਉਚਾਰਦੇ ਨੇ ਨਾ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਮੁਕੰਮਲ ਤੌਰ ਦੇ ਉੱਪਰ ਉਸ ਦੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਕਥ ਕਥਾ ਕਥੀ ਨਾ ਜਾਏ, ਉਹਦੀ ਕਥਾ ਅਕਥ ਹੈ, ਉਹਦੀ ਕਹਾਣੀ ਅਕਥ ਹੈ ਜਿਹੜੀ ਕਥਨ ਨਹੀਂ ਕੀਤੀ ਜਾ ਸਕਦੀ। तीन लोक ਰਹਿਆ ਸਮਾਏ, ਉਹ ਤਿੰਨਾਂ ਲੋਕਾਂ ਦੇ ਵਿੱਚ ਸਮਾ ਰਿਹਾ ਹੈ। ਉਹਦੀ ਵਡਿਆਈ, ਉਹਦੀ ਸਿਫਤ ਸਾਰੇ ਜਹਾਨ ਦੇ ਵਿੱਚ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਪਾਰ ਬ੍ਰਹਮ ਕਰਕੇ ਨਮਸਕਾਰੇ ਜਾ ਰਹੇ ਹਨ ਸਿੱਖਾਂ ਸੰਗਤਾਂ ਦੇ ਵਿੱਚ। तीन ਲੋਕ ਰਹਿਆ ਸਮਾਏ, ਤਿੰਨਾਂ ਲੋਕਾਂ ਦੇ ਵਿੱਚ ਸਮਾ ਰਹੇ ਨੇ। ਕਹਿੰਦੇ ਨੇ ਸੁੱਤੇ ਸਿੱਧ ਰੂਪ ਧਰਿਓ, ਸ਼ਾਹਨ ਕੈ ਸ਼ਾਹ ਜੀਓ। ਉਹਨਾਂ ਨੇ ਸੁਭਾਵਕ ਹੀ, ਸੁੱਤੇ ਸਿੱਧ ਦਾ ਮਤਲਬ ਹੈ ਸੁਭਾਵਕ ਹੀ, ਕੁਦਰਤੀ, ਜਿੱਦਾਂ ਅਸੀਂ ਕਹਿੰਦੇ ਆ ਕੁਦਰਤੀ ਸੁਭਾਵਕ ਹੀ ਉਹਨਾਂ ਨੇ ਸਵਰੂਪ ਧਾਰਨ ਕੀਤਾ। ਕਿਹੜਾ ਸਵਰੂਪ? ਸ਼ਾਹਨ ਕੇ ਸ਼ਾਹ ਜੀਓ, ਉਹ ਸ਼ਾਹਾਂ ਦਾ ਸ਼ਾਹ ਹੈ। ਕਿਤਨੇ ਸ਼ਾਹ ਪੈਦਾ ਕੀਤੇ ਨੇ ਉਹਨਾਂ। ਅਸੀਂ ਇਤਿਹਾਸ ਪੜ੍ਹਦੇ ਹਾਂ, ਭਾਈ ਸੋਮੇ ਸ਼ਾਹ ਵਰਗੇ ਬੇਅੰਤ ਉਹ ਸ਼ਾਹਾਂ ਦੇ ਸ਼ਾਹ ਨੇ। ਸਤ ਸ਼ਾਹ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ, ਰਾਮ ਰਾਜੇ। ਐਸੇ ਗੁਰੂ ਰਾਮਦਾਸ ਨੇ ਜਿਹੜੇ ਵੱਡਿਆਂ ਸ਼ਾਹਾਂ ਦੇ ਸ਼ਾਹ ਹਨ। ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ, ਵਾਹਿਗੁਰੂ 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 ਵਾਹਿ ਜੀਓ। सत साच, हे गुरु रामदास, हे सच्चे पातशाह जी, हे सतगुरु जी, तुसी सदा स्थिर हो, सदा रहन वाले हो, तुहाडी वडियाई सच्ची है। तो श्री निवास गुरु दे तुसी ओहो जिहदे चरनां दे विच माया वसदी है। श्री माया नूं कहंदे ने, लक्ष्मी नूं कहंदे ने। श्री निवास जिहदे चरनां दे विच माया निवास करदी है। आद पुरख सदा तुसी ते मैनू ओ आदि पुरख परम पिता परमात्मा जो सतगुर मेरा सदा सदा ना आवे ना जाए, ओ नजर आ रहे हो। इस करके वाहिगुरु तू आश्चर्य है, वाहिगुरु वाहिगुरु वाहे जियो, तेरी वडियाई आश्चर्य है, तू बेअंत है। तो ये एक तरीका है जो गुरु दी महिमा दा है। तिस गुरु को सिमरों सास सास, गुर मेरे प्राण सतगुर मेरी रास।
गुर का दर्शन देख देख जीवा, गुर के चरण धोए धोए पीवा। सानू यही हुक्म है, असी गुरु की महिमा करिए, वडियाई करिए। तिस गुर को चुलावों पाखा, महा अगन ते हाथ दे राखा। जिन्हें सानू महान अग्नि तो माया तो बचा लिया, हथ दे के रख लिया है। मैं उहदे पक्खा चलां। तिस गुर के गृह ढोवूं पानी, उहदे घर दा पानी ढोवां मैं। जिस गुर ते अकल गत जानी, जिहदे नाल ਉਹ ਸਿਆਣਪਾਂ ਜਿਹੜੀਆਂ ਧਨ ਕਮਾਉਣ ਦੀਆਂ, ਦੁਨੀਆ 'ਚ ਵਿਚਰਨ ਦੀਆਂ ਚਲਾਕੀਆਂ ਸਿਆਣਪਾਂ ਜਿਹਦੇ ਕਿਰਪਾ ਦੇ, ਉਹਦੀ ਕਿਰਪਾ ਦੇ ਨਾਲ ਮਿਲੀਆਂ ਨੇ ਉਸ ਗੁਰੂ ਦੀ। ਤੇ ਫਿਰ ਕਿਉਂ ਨਾ ਉਹਦੇ ਘਰ ਦਾ ਪਾਣੀ ਢੋਈਏ, ਕਿਉਂ ਨਾ ਉਹਦੇ ਘਰ ਦਾ ਝਾੜੂ ਲਾਈਏ। ਤਿਸ ਗੁਰ ਕੈ ਗ੍ਰਹਿ ਪੀਸੋ ਨੀਤ, ਉਹਦੇ ਘਰ ਦਾ ਮੈਂ ਕਹਿੰਦੇ ਮਹਾਰਾਜ ਪੀਸਣੇ ਪੀਸਾਂ मैं। जिस गुर ते बैरी सब मीत, जिन्हें गुरु ने मेरे वैरियां नूं भी मेरे मित्र बना दिता। वेखो ना इतिहास साडे सामने है, गुरु नानक ने वैरियां नूं भी मित्र बना दिता, किरपा कर दिती अपनी। जिन्हां दे मन बड़े कठोर सन, गुरु ने उन्हां दे मनां दे नूं भी द्रवित कर दिता, संसार दे भले वाले बना दिता। तो गुरु ऐसा है, ये प्यार आपे ही वो बख्शण वाला है। गुरु करे पट्टां वर्गा प्यार जो गुरु दे प्रति उन्हां ने दिखाया है, साडे मनां दे विच भी वस जावे। असीं भी गुरु तो सदके जाइए, बलहार जाइए। बलहारी गुर अपने दिवहाड़ी सदवार, जिन मानस ते देवते किए करत ना लागी वार। विचारां करदिआं होइयां भुल्लां दी खिमा बख्शिश करनी। सतगुरु किरपा करन, साडे हिरदिआं दे विच अपनी बाणी दा भाव, उपदेश, सिੱਖਿਆ वसा देन। बाणी बाणे दे धारनी हो के अपना जीवन सफला करिए। भुल्लां बख्श दिओ। फतेह बुलाओ। वाहिगुरु जी का खालसा, वाहिगुरु जी की फतेह।